कि ਜਿਹੜੇ ਲੋਕ ਵੈਕਸੀਨ ਲਗਵਾਉਣਾ ਚਾਹੁੰਦੇ ਨੇ ਉਹ ਅੱਜ ਆਪਣੇ ਕੰਮਕਾਰ ਜਲਦੀ ਨਿਪਟਾਓ ਤੇ ਬੀਅਰ ਕ੍ਰੀਕ ਪਾਰਕ ਪਹੁੰਚ ਜਾਓ ਕਿਉਂਕਿ ਉੱਥੇ ਵੈਕਸੀਨ ਲੱਗਣੀ ਔਰ ਤਕਰੀਬਨ 1000 ਲੋਕਾਂ ਨੂੰ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਜਿਹੜਾ ਉਹ ਹੈਗਾ। ਹੌਲੀ ਹੌਲੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਆਮ ਹੋ ਜਾਏ ਜਿਵੇਂ ਬਾਕੀ ਕੰਟਰੀਆਂ ਦੇ ਵਿੱਚੋਂ ਬਾਕੀ ਦੇਸ਼ਾਂ ਦੇ ਵਿੱਚੋਂ ਹੌਲੀ ਹੌਲੀ ਚੰਗੀ ਖਬਰ ਮਿਲ ਰਹੀ ਹੈ। ਜਿਹੜੀ ਚਰਨਜੀਤ ਚੰਨੀ ਦੇ ਖਿਲਾਫ ਕਾਰਵਾਈ ਦੀ ਤੁਸੀਂ ਹੁਣ ਮੰਗ ਕਰ ਰਹੇ ਹੋ, ਇਹ ਕਾਰਵਾਈ ਤਾਂ 3 ਸਾਲ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ, ਇੰਨਾ ਲੰਬਾ ਸਮਾਂ ਕਿਉਂ ਪੈ ਗਿਆ? ਤੁਸੀਂ ਰੀਐਕਟਿਵ ਹੁਣ ਦੁਬਾਰਾ ਤੋਂ ਕਿਉਂ ਹੋਏ ਹੋ? ਜੀ ਬਿਲकुल ठीक कह रहे हो शायरी तुसी कि 3 साल पहले ही कार्रवाई हो जानी चाहिए सी। जे साडे कोल इन रिटन इच कंप्लेंट आई होंदी ना ते इमीडिएटली ही कार्रवाई हो जानी सी। ਗੁਲਾਟੀ ਜੀ, ਤੁਹਾਡੇ ਹੱਥ ਕਿੰਨੇ ਬਣੇ ਹੋਏ ਸੀ? ਤੁਸੀਂ ਇੰਨੇ ਜਣਿਆਂ ਤੇ ਕਾਰਵਾਈ ਕੀਤੀ, ਚਰਨਜੀਤ ਚੰਨੀ ਦੇ ਉੱਤੇ ਉਦੋਂ ਕਾਰਵਾਈ ਕਿਉਂ ਨਹੀਂ ਹੋਈ ਪਈ? ਤੁਹਾਡੇ ਹੱਥ ਕਿਹਦੇ ਵੱਲੋਂ ਬੰਨਿਆ ਗਏ ਸੀ? ਤੁਹਾਡਾ ਸਵਾਲ ਬਿਲਕੁਲ ਠੀਕ ਹੈ ਕਿ ਮੇਰੇ ਹੱਥ ਕਿਸੇ ਨੇ ਵੀ ਨਹੀਂ ਬੰਦੇ ਹੋਏ ਸੀ। ਜੇ ਮੇਰੇ ਹੱਥ ਬੰਦੇ ਹੁੰਦੇ ਤੇ ਅੱਜ ਮੇਰਾ ਸਵਾਲ ਸਿਰਫ ਇੱਕ ਮਿਨਿਸਟਰ ਨੂੰ ਹੀ ਬੁਲਾ ਕੇ ਉਹਦੇ ਕੋਲੋਂ ਜਵਾਬਦੇਹੀ ਮੰਨਣਾ ਸੀ। ਮੈਂ ਸਰਕਾਰ ਨੂੰ ਜਵਾਬਦੇਹੀ ਮੰਨਣੀ ਹੈ ਕਿ ਤੁਸੀਂ ਉਸ ਟਾਈਮ ਤੇ ਇੱਕ ਸਟੇਟਮੈਂਟ ਦਿੱਤੀ ਕਿ ਖਤਮ ਹੋ ਗਿਆ ਮਾਮਲਾ। ਮਨੀਸ਼ਾ ਜੀ, ਠੀਕ ਹੈ, ਸਰਕਾਰ ਦੀ ਗੱਲ ਤੁਸੀਂ ਕਰ ਰਹੇ ਹੋ, ਸਰਕਾਰ ਤੁਹਾਡੇ ਨਜ਼ਰੀਏ 'ਚ ਕੌਣ ਹੁੰਦੀ ਹੈ? ਸਰਕਾਰ ਦੇ ਵਿੱਚ ਕੌਣ-ਕੌਣ ਸ਼ਾਮਿਲ ਹੁੰਦਾ ਹੈ? ਮੇਰਾ ਆਪਣਾ ਕੈਰੀਅਰ, ਮੇਰਾ ਆਪਣਾ ਵਜੂਦ, ਮੈਨੂੰ ਇਹਨਾਂ ਨੇ ਬਣਾਇਆ ਜ਼ਰੂਰ ਹੈ ਪਰ ਮੈਨੂੰ ਇਹਨਾਂ ਨੇ ਖਰੀਦ ਨਹੀਂ ਲਿਆ। ਤੇ ਜੇ ਸਰਕਾਰ ਮਹਿਲਾਵਾਂ ਦੇ ਖਿਲਾਫ ਜਿਹੜੇ ਮੰਤਰੀ ਅਜਿਹੀਆਂ ਹਰਕਤਾਂ ਕਰ ਰਹੇ ਨੇ, ਮੈਸੇजेस ਅਸ਼ਲੀਲ ਉਹਨਾਂ ਨੂੰ ਭੇਜਦੇ ਨੇ, ਉਹਨਾਂ ਨੂੰ ਇਸ ਤਰੀਕੇ ਨਾਲ ਤੰਗ ਕਰਦੇ ਨੇ, ਤਾਂ ਯਾਨੀ ਕਿ ਸਰਕਾਰ ਉਹਨਾਂ ਨੂੰ ਬਚਾਉਂਦੀ ਹੈ ਤੇ ਫਿਰ ਜਿਹੜੀਆਂ ਮਹਿਲਾ ਮੰਤਰੀ ਨੇ ਸਰਕਾਰ ਦੇ ਵਿੱਚ ਉਹ ਵੀ ਇਸ ਖਿਲਾਫ ਕੁਝ ਨਹੀਂ ਕਰਦੀਆਂ, ਉਹ ਵੀ ਆਵਾਜ਼ ਨਹੀਂ ਚੁੱਕਦੀਆਂ। देखो मेरा ਜਿਹੜਾ ਸਪਸ਼ਟੀਕਰਨ ਮੰਗਿਆ ਗਿਆ ਪੂਰੀ ਸਰਕਾਰ ਤੋਂ ਹੀ ਮੰਗਿਆ ਗਿਆ, ਪੂਰੀ ਸਰਕਾਰ ਨੂੰ ਇਹ ਕਿ ਇਸ ਟਾਈਮ ਪੂਰੀ ਸਰਕਾਰ ਇਸ ਘੇਰੇ 'ਚ ਕਿ ਸਰਕਾਰ ਜਵਾਬ ਦੇ, ਸਰਕਾਰ ਜਵਾਬ ਦੇ। ਜਦ ਤੱਕ ਸਰਕਾਰ ਜਵਾਬ ਨਹੀਂ ਦੇਗੀ ਸਾਨੂੰ ਸਪਸ਼ਟੀਕਰਨ ਸਰਕਾਰ ਦੇਵੇ। ਮਨੀਸ਼ਾ ਜੀ, ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਦੇ ਵੱਲੋਂ ਜਿਹੜਾ ਇਹ ਮਾਮਲਾ ਉਦੋਂ ਹੀ ਸੰਭਾਲਿਆ ਜਾ ਸਕਦਾ ਸੀ, ਉਦੋਂ ਹੀ ਕਾਰਵਾਈ ਕੀਤੀ ਜਾ ਸਕਦੀ ਸੀ? ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਅਣਗਹਿਲੀ ਰਹੀ ਹੈ ਇਹਦੇ ਵਿੱਚ? ਬਿਲਕੁਲ ਬਿਲकुल ਇਨਗਹਿਲੀ ਸਰਕਾਰ ਦੀ ਰਹੀ ਹੈ, ਬਿਲकुल ਇਨਗਹਿਲੀ ਸਰਕਾਰ ਦੀ ਰਹੀ ਹੈ। ਸਰਕਾਰ ਨੂੰ ਉਦੋਂ ਇੰਟਰਫੇਰੈਂਸ ਕਰਨੀ ਚਾਹੀਦੀ ਸੀ। ਇਹ 50% ਵੋਟ ਵੂਮਨ ਸਟੈਂਡ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਸਾਰੇ ਜਣੇ ਸਿਹਤ ਹੋਣਗੇ ਤੇ ਵੀਕਐਂਡ ਤੁਹਾਡਾ ਸਾਰਿਆਂ ਦਾ ਜਿਹੜਾ ਉਹ ਬਹੁਤ ਵਧੀਆ ਨਿਕਲਿਆ ਹੋਏਗਾ। ਵੀਕਐਂਡ ਤੋਂ ਬਾਅਦ ਦਰਸ਼ਕਾਂ ਨੂੰ ਇਹ ਦੱਸ ਦਈਏ ਵੀ ਬੜੇ ਸਾਰੇ ਲੋਕ ਜਿਹੜੇ ਨੇ ਸਪੈਸ਼ਲੀ BC ਦੇ ਵਿੱਚ ਉਹ ਇਸ ਕਤਾਰ ਦੇ ਵਿੱਚ ਲੱਗੇ ਹੋਏ ਸੀ, ਅਪਾਇੰਟਮੈਂਟਸ ਬੁੱਕ ਕਰਵਾ ਰਹੇ ਸੀਗੇ ਕਿ ਵੈਕਸੀਨ ਜਿਹੜੀ ਹੈ ਉਹ ਨਜ਼ਦੀਕੀ ਥਾਂ ਦੇ ਉੱਤੇ ਮਿਲ ਜਾਏ ਜਿੱਥੇ ਉਹ ਵੈਕਸੀਨ ਲਗਵਾ ਸਕਣ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਦੇ ਲਈ ਜਿਹੜੀ ਹੈ ਇਹ ਇਨਫੋਰਮੇਸ਼ਨ ਹੈ ਕਿ ਜਿਹੜੇ ਲੋਕ ਵੈਕਸੀਨ ਲਗਵਾਉਣਾ ਚਾਹੁੰਦੇ ਨੇ ਉਹ ਅੱਜ ਆਪਣੇ ਕੰਮਕਾਰ ਜਲਦੀ ਨਿਪਟਾਓ ਤੇ ਬੀਅਰ ਕ੍ਰੀਕ ਪਾਰਕ ਪਹੁੰਚ ਜਾਓ ਕਿਉਂਕਿ ਉੱਥੇ ਵੈਕਸੀਨ ਲੱਗਣੀ ਔਰ ਤਕਰੀਬਨ 1000 ਲੋਕਾਂ ਨੂੰ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਜਿਹੜਾ ਉਹ ਹੈਗਾ। ਸੋ ਤੁਸੀਂ ਜਾਓ, ਜਿਹੜੇ ਲੋਕ ਵੀ ਵੈਕਸੀਨ ਲੈਣਾ ਚਾਹੁੰਦੇ ਨੇ ਤੇ ਉਹ ਬੀਅਰ ਕ੍ਰੀਕ ਪਾਰਕ ਦੇ ਵਿੱਚ ਜਾ ਕੇ ਅੱਜ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਉਹਨੂੰ ਕੰਪਲੀਟ ਕਰ ਲਓ। ਸੋ ਇਹ ਇਨਫੋਰਮੇਸ਼ਨ ਹੈ BC ਵਾਸੀਆਂ ਦੇ ਲਈ। ਬਾਕੀ ਇਸ ਤੋਂ ਇਲਾਵਾ ਜਦੋਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕੋਵਿਡ ਕਰਕੇ ਜੋ ਹਾਲਾਤ ਬਣੇ ਨੇ ਉਹ ਅਸੀਂ ਨਿੱਤ ਸਾਡੇ ਸਾਹਮਣੇ ਆ ਹੀ ਰਹੇ ਨੇ। ਹੌਲੀ ਹੌਲੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਆਮ ਹੋ ਜਾਏ ਜਿਵੇਂ ਬਾਕੀ ਕੰਟਰੀਆਂ ਦੇ ਵਿੱਚੋਂ ਬਾਕੀ ਦੇਸ਼ਾਂ ਦੇ ਵਿੱਚੋਂ ਹੌਲੀ ਹੌਲੀ ਚੰਗੀ ਖਬਰ ਮਿਲ ਰਹੀ ਹੈ। ਪਰ ਹਜੇ ਭਾਰਤ ਤੋਂ ਕੋਈ ਇਹੋ ਜਿਹੀ ਚੰਗੀ ਖਬਰ ਸਾਹਮਣੇ ਆ ਰਹੀ ਨਹੀਂ। ਹਾਂ, ਇਹ ਜ਼ਰੂਰ ਹੈ ਵੀ ਸ਼ਾਇਦ ਹਜੇ ਚੰਗੀ ਖਬਰ ਤਾਂ ਵੀ ਨਹੀਂ ਆ ਸਕਦੀ ਕਿ ਕਰੋਨਾ ਜਿਹੜਾ ਹੈ ਉੱਥੇ ਬਾਕੀ ਕੋਈ ਵੀ ਵਾਇਰਸ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਮਹਾਮਾਰੀ ਹੈ ਉਹ ਕਿਤੇ ਨਾ ਕਿਤੇ ਟਲ ਸਕਦੀ ਹੈ, ਉਹਦਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਫਿਲਹਾਲ ਆਪਸੀ ਜਿਹੜੀ ਹੈ ਕਹਿ ਸਕਦੇ ਹਾਂ ਸਿਆਸੀ ਜਿਹੜਾ ਘਮਾਸਾਨ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਹਜੇ ਰੁੱਝੀਆਂ ਹੋਈਆਂ ਨੇ, ਇਸ ਲਈ ਉਹਨਾਂ ਦਾ ਸ਼ਾਇਦ ਹਜੇ ਲੋਕਾਂ ਵੱਲ ਧਿਆਨ ਘੱਟ ਜਾ ਰਿਹਾ। ਅਸੀਂ ਹਰ ਦਿਨ ਗੱਲ ਜਦੋਂ ਕਰਦੇ ਹਾਂ ਕੇਂਦਰ ਸਰਕਾਰ ਨੇ ਤਾਂ ਜੋ ਹਾਲਾਤ ਬਣਾਏ ਹੋਏ ਉਹ ਤਾਂ ਅਸੀਂ ਦੇਖ ਹੀ ਰਹੇ ਹਾਂ। ਇਸ ਤੋਂ ਇਲਾਵਾ ਪੰਜਾਬ ਸਰਕਾਰ ਜਿਹੜੀ ਹੈ, ਪੰਜਾਬ ਦੀ ਜਨਤਾ ਜਿਹੜੀ ਹੈ ਉਹ ਉਮੀਦਾਂ ਲਗਾਈ ਬੈਠੀ ਹੈ ਵੀ ਕੁਛ ਨਾ ਕੁਛ ਹੱਲ ਹੋਵੇ। ਕਾਰੋਬਾਰ ਸਾਡੇ ਬੰਦ ਹੋ ਰਹੇ ਨੇ, ਸਾਨੂੰ ਤੰਗ ਕੀਤਾ ਜਾ ਰਿਹਾ, ਅਸੀਂ ਪਰੇਸ਼ਾਨ ਹੋ ਚੁੱਕੇ ਹਾਂ, ਲੋਕ ਮਰ ਰਹੇ ਨੇ, ਲੋਕਾਂ ਨੂੰ ਥਾਂ ਤੱਕ ਨਹੀਂ ਮਿਲ ਰਹੀ ਆਪਣਿਆਂ ਨੂੰ ਦਫਨਾਉਣ ਦੇ ਲਈ, ਸਾੜਨ ਦੇ ਲਈ। ਤੇ ਇਹ ਹਾਲਾਤ ਇੱਕ ਪਾਸੇ ਬਣੇ ਹੋਏ ਨੇ, ਦੂਜੇ ਪਾਸੇ ਹਾਲਾਤ ਇਹੋ ਜਿਹੇ ਨੇ ਕਿ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਆਪਣੀਆਂ ਹੀ ਗੁੰਝਲਾਂ ਦੇ ਵਿੱਚ ਉਲਝੀਆਂ ਹੋਈਆਂ ਨੇ। ਉਹਨਾਂ ਦੀ ਆਪਸੀ ਲੜਾਈ, ਆਪਸੀ ਜਿਹੜੀ ਜੰਗ ਹੈ ਉਹੀ ਅਜੇ ਖਤਮ ਨਹੀਂ ਹੋ ਰਹੀ। ਇੱਦਾਂ ਲੱਗਦਾ ਕਿ ਸ਼ਾਇਦ ਇੱਕ ਹਫ਼ਤੇ ਬਾਅਦ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਲੜਾਈ ਜਿਹੜੀ ਹੈ, ਯੁੱਧ ਜਿਹੜਾ ਉਹ ਤਾਂ ਛਿੜ ਚੁੱਕਿਆ ਹੈ। ਇਹੋ ਜਿਹੇ ਹਾਲਾਤ ਅੱਜ ਕੱਲ੍ਹ ਕਾਂਗਰਸ ਦੇ ਦੇਖਣ ਨੂੰ ਮਿਲ ਰਹੇ। ਉਹ ਕਾਂਗਰਸ ਜਿਹੜੀ ਹੁਣ ਤੋਂ ਪਹਿਲਾਂ ਇਹੀ ਦੁਹਾਈ ਦੇ ਰਹੀ ਸੀ ਵੀ ਲੋਕਾਂ ਦੇ ਅਸੀਂ ਨਾਲ ਖੜੇ ਹਾਂ ਤੇ ਹਰ ਤਰੀਕੇ ਨਾਲ ਜਿਹੜੀ ਆ ਉਹਨਾਂ ਦੀ ਮਦਦ ਕਰਾਂਗੇ, ਲੋਕਾਂ ਨੂੰ ਜਿਹੜੀ ਲੋੜ ਹੋਏਗੀ ਅਸੀਂ ਕਰਾਂਗੇ। ਕੈਪਟਨ ਸਾਹਿਬ ਬਾਰ-ਬਾਰ ਜਦੋਂ ਨੇ ਉਹ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਲਾਈਵ ਹੋ ਕੇ ਇਹ ਗੱਲ ਕਹਿ ਰਹੇ ਨੇ ਵੀ ਲੋਕਾਂ ਨੂੰ ਜਿੱਥੇ ਲੋੜ ਪਊਗੀ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਨੂੰ ਰਾਸ਼ਨ ਪਹੁੰਚਾਇਆ ਜਾਏਗਾ, ਤੁਹਾਨੂੰ ਹਰ ਚੀਜ਼ ਮੁਹੱਈਆ
ਮੁਹੱਈਆ ਕਰਾਈ ਜਾਏਗੀ। ਖੈਰ, ਜਦੋਂ ਕੈਪਟਨ ਦੇ ਆਪਣੇ ਮੰਤਰੀਆਂ ਦੀ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾ ਰਿਹਾ ਵੀ ਉਹਨਾਂ ਦੇ ਵਿੱਚ ਆਪਸੀ ਜੰਗ ਇੰਨੀ ਕੁ ਛਿੜੀ ਪਈ, ਉਹ ਇੰਨਾ ਉਲਝ ਚੁੱਕੇ ਨੇ, ਸ਼ਾਇਦ ਹੀ ਹੈ ਹੁਣ ਲੋਕਾਂ ਦੇ ਵੱਲ ਉਹਨਾਂ ਦਾ ਧਿਆਨ ਜਾਏ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੀ ਤਿੱਕੜੀ ਜੋੜ ਕੇ ਬੈਠ ਰਹੀ ਸੀ ਉਹਨਾਂ ਦੇ ਉੱਤੇ ਜਿਹੜੀ ਹੈ ਹੁਣ ਤਲਵਾਰ ਕੱਸੀ ਜਾ ਰਹੀ ਹੈ, ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਚਰਨਜੀਤ ਚੰਨੀ ਜਿਹੜੇ ਨੇ ਉਹਨਾਂ ਨੂੰ ਤੁਸੀਂ ਜਾਣਦੇ ਹੋ, ਇਸ ਤੋਂ ਇਲਾਵਾ ਪ੍ਰਗਟ ਸਿੰਘ ਹੈ, ਉਹਨਾਂ ਦੋਹਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਤੇ ਹੁਣ ਜਿਹੜੀ ਹੈ ਸਖਤੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਇਲਜ਼ਾਮ ਲਗਾਏ ਨੇ, ਉਹ ਕਹਿੰਦੇ ਵੀ ਮੈਨੂੰ ਜਿਹੜਾ ਸਕੱਤਰ ਹੈ ਕੈਪਟਨ ਸਾਹਿਬ ਦਾ, ਉਹਦੇ ਵੱਲੋਂ ਕਾਲ ਆਉਂਦੀ ਹੈ, ਉਹ ਕਾਲ ਇੱਕ ਆਪਣੇ ਤੌਰ ਦੇ ਉੱਤੇ ਇੱਕ ਅਜਿਹਾ ਸੁਨੇਹਾ ਦੇਣ ਵਾਲੀ ਸੀਗੀ ਵੀ ਜਿਹਦੇ 'ਚ ਇਹ ਕਿਹਾ ਜਾ ਰਿਹਾ ਵੀ ਤੂੰ ਆਪਣੀ ਤਿਆਰੀ ਕਰ ਲੈ, ਹੁਣ ਜਿਹੜੀ ਹੈ ਤੇਰੇ ਖਿਲਾਫ ਅਸੀਂ ਤਿਆਰ ਫਾਈਲ ਕਰ ਲਈ ਹੈ ਤੇ ਹੁਣ ਜਿਹੜੀ ਹੈ ਤੇਰੇ ਤੇ ਕਾਰਵਾਈ ਕਰਨ ਦੀ ਤਿਆਰੀ ਹੈ। ਉਹ ਕਹਿੰਦੇ ਮੈਂ ਪਹਿਲਾਂ ਸਮਝ ਨਹੀਂ ਪਾਇਆ। ਪ੍ਰਗਟ ਸਿੰਘ ਨੇ ਕਾਨਫਰੰਸ ਕਰ ਦਿੱਤੀ, ਉਹ ਕਾਨਫਰੰਸ ਸੁਣਾਵਾਂਗੇ ਵੀ ਤੁਹਾਨੂੰ ਅਸੀਂ ਵੀ ਕੀ ਗੱਲਾਂ ਕਹੀਆਂ। ਇਸ ਤੋਂ ਬਾਅਦ ਚਰਨਜੀਤ ਚੰਨੀ ਜਿਹੜੇ ਨੇ ਉਹਨਾਂ ਦੇ ਉੱਤੇ ਅਸੀਂ ਸਾਰੇ ਜਾਣਦੇ ਹਾਂ ਵੀ ਤਕਰੀਬਨ 3 ਸਾਲ ਹੋ ਚੁੱਕੇ ਨੇ। ਚਰਨਜੀਤ ਚੰਨੀ ਦੇ ਉੱਤੇ ਇੱਕ IAS ਅਧਿਕਾਰੀ ਜਿਹੜੀ ਹੈ ਉਹਨੂੰ ਗਲਤ ਤਰੀਕੇ ਨਾਲ ਮੈਸੇजेस ਜਿਹੜੇ ਭੇਜਣ ਦੇ ਇਲਜ਼ਾਮ ਲੱਗੇ ਸੀਗੇ। ਉਦੋਂ ਮੀਟੂ ਕਾਫੀ ਚੱਲਿਆ ਸੀਗਾ ਤੇ ਉਸ ਦੌਰਾਨ ਹੀ ਜਿਹੜੀ ਹੈ ਚਰਨਜੀਤ ਚੰਨੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ, ਪਰ ਉਦੋਂ ਕਾਰਵਾਈ ਸ਼ੁਰੂ ਕੀਤੀ ਗਈ, ਰੌਲਾ ਰੱਪਾ ਪਿਆ, ਪਰ ਉਸ ਤੋਂ ਬਾਅਦ ਕਾਰਵਾਈ ਠੱਪ ਹੋ ਗਈ। ਇਹ ਸਾਰਾ ਮਾਮਲਾ ਜਿਹੜਾ ਸੀ ਉਹ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਮਨੀਸ਼ਾ ਗੁਲਾਟੀ, ਉਹਨਾਂ ਤੱਕ ਪਹੁੰਚਿਆ ਤੇ ਉਹਨਾਂ ਨੇ ਕਿਹਾ ਸੀ ਵੀ ਇਨਸਾਫ ਮਿਲੇਗਾ ਤੇ ਅਸੀਂ ਜਿਹੜੇ ਹੈ ਇਹੋ ਜਿਹੀ ਕਾਰਵਾਈ ਚਾਹੇ ਕੋਈ MLA ਕਰੇਗਾ ਚਾਹੇ ਕੋਈ ਆਮ ਸ਼ਖਸ, ਇੱਕੋ ਜਿਹੀ ਕਾਰਵਾਈ ਹੋਏਗੀ। ਖੈਰ, ਮਾਮਲਾ ਰਫਾ ਦਫਾ ਨਹੀਂ ਕੀਤਾ ਗਿਆ। ਸ਼ੋਰ ਸ਼ਰਾਬੇ ਤੋਂ ਬਾਅਦ ਜਿਹੜਾ ਚਰਨਜੀਤ ਚੰਨੀ ਉਸੇ ਤਰ੍ਹਾਂ ਆਪਣੀ ਸਰਕਾਰ ਦੇ ਵਿੱਚ ਕੰਮ ਕਰਦੇ ਰਹੇ। ਹੁਣ ਫਿਰ ਤੋਂ ਚਰਨਜੀਤ ਚੰਨੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਤੇ ਚਰਨਜੀਤ ਚੰਨੀ ਦੇ ਖਿਲਾਫ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਨੀਸ਼ਾ ਗੁਲਾਟੀ ਜਿਹੜੇ ਨੇ ਚੇਅਰਪਰਸਨ ਨੇ ਮਹਿਲਾ ਕਮਿਸ਼ਨ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹੁਣ ਕਾਰਵਾਈ ਅਸੀਂ ਕਰਾਂਗੇ ਤੇ ਸਖਤੀ ਕਰਨੀ ਪੈਣੀ ਹੈ ਤੇ ਉਹਨਾਂ ਨੇ ਕਿਹਾ ਵੀ ਕੈਪਟਨ ਸਰਕਾਰ ਜੇ ਨਹੀਂ ਕਰੇਗੀ ਇਹ ਸਖਤੀ ਤੇ ਅਸੀਂ ਫਿਰ ਭੁੱਖ ਹੜਤਾਲ ਤੇ ਬੈਠਾਂਗੇ, ਯਾਨੀ ਚੇਅਰਪਰਸਨ ਜਿਹੜੀ ਖੁਦ ਭੁੱਖ ਹੜਤਾਲ ਤੇ ਬੈਠਣ ਲਈ ਤਿਆਰ ਹੈ। ਮਨੀਸ਼ਾ ਗੁਲਾਟੀ ਨੂੰ ਅਸੀਂ ਫੋਨ ਲਾਈਨ ਤੇ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨਾਲ ਸਾਡੀ ਗੱਲਬਾਤ ਹੋ ਸਕੇ। ਸਾਰਾ ਅਪਡੇਟ ਪਹਿਲਾਂ ਅਸੀਂ ਉਹਨਾਂ ਤੋਂ ਲਵਾਂਗੇ ਕਿ ਆਖਿਰਕਾਰ ਇਹ ਸਿਲਸਿਲਾ ਜਿਹੜਾ ਹੁਣ ਕਿਉਂ ਛੇੜਿਆ ਗਿਆ। ਸੋ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨਾਲ ਗੱਲ ਆਪਣੀ ਹੋ ਪਾਏ। ਇਸ ਤੋਂ ਇਲਾਵਾ ਇਹ ਦੱਸਦੀ ਜੀ ਮਨੀਸ਼ਾ ਗੁਲਾਟੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਮਨੀਸ਼ਾ ਜੀ, ਦ ਮਾਰਨਿੰਗ ਸ਼ੋਅ ਦੇ ਵਿੱਚ ਤੁਸੀਂ ਇਸ ਵੇਲੇ ਲਾਈਵ ਤੇ ਹੋ ਜੀ। ਮਨੀਸ਼ਾ ਜੀ, ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਜਿਹੜੀ ਚਰਨਜੀਤ ਚੰਨੀ ਦੇ ਖਿਲਾਫ ਕਾਰਵਾਈ ਦੀ ਤੁਸੀਂ ਹੁਣ ਮੰਗ ਕਰ ਰਹੇ ਹੋ, ਇਹ ਕਾਰਵਾਈ ਤਾਂ 3 ਸਾਲ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ, ਇੰਨਾ ਲੰਬਾ ਸਮਾਂ ਕਿਉਂ ਪੈ ਗਿਆ? ਤੁਸੀਂ ਰੀਐਕਟਿਵ ਹੁਣ ਦੁਬਾਰਾ ਤੋਂ ਕਿਉਂ ਹੋਏ ਹੋ? ਜੀ ਬਿਲਕੁਲ ਠੀਕ ਕਹਿ ਰਹੇ ਹੋ ਸ਼ੈਰੀ ਤੁਸੀਂ ਕਿ ਇਹ 3 ਸਾਲ ਪਹਿਲੇ ਹੀ ਕਾਰਵਾਈ ਹੋ ਜਾਣੀ ਚਾਹੀਦੀ ਸੀ। ਜੇ ਸਾਡੇ ਕੋਲ ਇਨ ਰਿਟਨ ਵਿੱਚ ਕੰਪਲੇਂਟ ਆਈ ਹੁੰਦੀ ਨਾ ਤੇ ਇਮੀਡੀਏਟਲੀ ਹੀ ਕਾਰਵਾਈ ਹੋ ਜਾਣੀ ਸੀ। ਐਕਚੁਅਲੀ ਉਦੋਂ ਵੀ ਆਪਾਂ ਸੂ ਮੋਟੋ ਲਿੱਤਾ ਸੀ ਜੋ ਕਿ ਮੀਡੀਆ ਦੁਆਰਾ ਸਾਡੇ ਧਿਆਨ ਵਿੱਚ ਲਿਆਇਆ ਗਿਆ ਤੇ ਆਪਾਂ 6/11/2018 ਨੂੰ ਇਸ ਪੰਜਾਬ ਦੇ ਚੀਫ ਸੈਕਟਰੀ ਨੂੰ ਇੱਕ ਨੋਟਿਸ ਜਾਰੀ ਕੀਤਾ ਕਿ ਸਰਕਾਰ ਇਹਦੇ ਤੇ ਸਪਸ਼ਟੀਕਰਨ ਦੇ। ਐਟ ਦਾ ਮੇਨ ਟਾਈਮ ਸੀਐਮ ਸਾਹਿਬ ਦੀ ਸਟੇਟਮੈਂਟ ਆ ਗਈ ਕਿ ਮੈਟਰ ਸੌਰਟ ਆਊਟ ਹੋ ਗਿਆ, ਮਿਨਿਸਟਰ ਨੇ ਆਫੀਸਰ ਤੋਂ ਮਾਫੀ ਮੰਗ ਲਈ ਹੈ ਤੇ ਸਾਡੀ ਸੀਐਮ ਸਰਕਾਰ ਦੀ ਕਿਤਾਬਾਂ 'ਚ ਵੀ ਸਾਡੀ ਕਮਿਸ਼ਨ ਦੀ ਕਿਤਾਬਾਂ 'ਚ ਵੀ ਇਹ ਮੈਟਰ ਡਿਸਪੋਜ਼ ਆਫ ਹੋ ਗਿਆ। ਜਦੋਂ ਕਮਿਸ਼ਨ ਕੋਲ ਇੱਕ ਪਾਵਰ ਹੈ ਸੂ ਮੋਟੋ ਦੀ, ਆਪਾਂ ਜਦੋਂ ਵੀ ਸੂ ਮੋਟੋ ਲੈਂਦੇ ਆ ਕਿਸੇ ਡਿਸਟ੍ਰਿਕਟ ਤੋਂ ਵੀ ਮੰਗਨੇ ਆ ਤੇ ਉਹ ਜਵਾਬਦੇਹੀ ਐਡਮਿਨਿਸਟ੍ਰੇਸ਼ਨ ਦੀ ਬੰਦੀ ਹੈ, ਇੱਥੇ ਸਟੇਟ ਦੀ ਬੰਦੀ ਸੀ। ਜਦੋਂ ਸੀਐਮ ਸਾਹਿਬ ਦੀ ਸਟੇਟਮੈਂਟ ਆਉਣ ਤੋਂ ਬਾਅਦ ਇਹ ਮੈਟਰ ਡਿਸਪੋਜ਼ ਆਫ ਹੋ ਗਿਆ, ਪਰ ਇਹ ਡਿਸਪੋਜ਼ ਆਫ ਸਿਰਫ ਕਿਤਾਬਾਂ 'ਚ ਹੀ ਹੋਇਆ। ਮੈਂ ਜਿਵੇਂ ਕਮਿਸ਼ਨ ਦਾ ਕੰਮ ਅੱਗੇ ਕਰਦੀ ਗਈ, ਇੱਕ ਆਫੀਸਰ ਲੌਬੀ ਜਦੋਂ ਆਪਾਂ ਆਫੀਸ਼ੀਅਲੀ ਮਿਲਦੇ ਸੀ ਜਾਂ ਪਾਰਟੀ ਫੰਕਸ਼ਨਸ ਵਿੱਚ ਕਿਤੇ ਮਿਲਦੇ ਸੀ, ਉਹਨਾਂ ਦੀ ਹਮੇਸ਼ਾ ਤੋਂ ਮੇਰੇ ਨਾਲ 3 ਸਾਲ ਕੰਪਲੇਂਟ ਚੱਲਦੀ ਰਹੀ ਕਿ ਉਹ ਪੰਜਾਬ ਛੋੜ ਕੇ ਚਲੀ ਗਈ, ਉਹ ਬਹੁਤ ਡਿਪਰੈਸ਼ਨ ਵਿੱਚ ਸੀ, ਤੁਸੀਂ ਸਾਡੀ ਕਮਿਊਨਿਟੀ ਲਈ, ਤੁਸੀਂ ਸਾਡੇ ਲਈ ਖੜੇ ਨਹੀਂ ਹੋਏ। ਜਦਕਿ ਮੈਂ IAS ਲੌਬੀ ਲਈ ਕੰਮ ਨਹੀਂ ਕਰ ਰਹੀ, ਮੈਂ ਪੰਜਾਬ ਦੀ ਔਮਨ ਕਮਿਊਨਿਟੀ ਦੇ ਉਹਨਾਂ ਦੇ ਕਨਸਟੀਟਿਊਸ਼ਨਲ ਰਾਈਟਸ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਤੇ ਮੈਂ ਉਹਨਾਂ ਨੂੰ ਹਮੇਸ਼ਾ ਹੀ ਕਹਿੰਦੀ ਸੀ ਤੁਸੀਂ ਮੈਨੂੰ ਇਨ ਰਿਟਨ ਕੰਪਲੇਂਟ ਦਿਓ। ਫਿਰ ਜੇ ਉਹ ਰਿਟਨ ਕੰਪਲੇਂਟ ਨਹੀਂ ਦੇਣ ਦਾ ਮਾਦਾ ਰੱਖਦੀ, ਨਹੀਂ ਹਿੰਮਤ ਰੱਖ ਰਹੀ, ਨਹੀਂ ਦਿਖਾ ਰਹੀ ਤੇ ਤੁਸੀਂ ਮੈਨੂੰ ਕਿਸ ਤਰ੍ਹਾਂ ਕੰਪਲੇਂਟ ਕਰ ਸਕਦੇ ਹੋ? ਪਰ ਫਿਰ ਵੀ ਇਹ ਵਰਬਲੀ ਆਰਗੂਮੈਂਟਸ ਉਹਨਾਂ ਨਾਲ ਬੰਦ ਨਹੀਂ ਹੋਏ। ਹੁਣ ਅੱਜ ਫਿਰ ਨਿਊਜ਼ਪੇਪਰ ਵਿੱਚ ਇਹ ਮਾਮਲਾ ਹਾਈਲਾਈਟ ਹੋਇਆ ਸੀ ਔਰ ਫਿਰ ਮੈਨੂੰ 4-5 ਦਿਨ ਤੋਂ ਫਿਰ 5-6 ਆਫੀਸਰ ਪੰਜਾਬ ਦੇ ਫਿਰ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਯੂ ਆਰ ਦਾ ਰਿਸਪੌਂਸਿਬਲ, ਤੁਸੀਂ ਮੰਤਰੀ ਨਾਲ ਮਿਲੇ ਹੋਏ ਹੋ। ਔਰ ਟਾਈਮ ਸਿਰਫ ਇਹ ਟਾਈਮ ਸਿਚੁਏਸ਼ਨ ਇਸ ਤਰ੍ਹਾਂ ਸਰਕਾਰ ਦੀ ਇਹ ਬਣੀ ਹੋਈ ਹੈ ਕਿ ਅਲੱਗ-ਅਲੱਗ ਪਾਰਟੀ ਦੇ ਫਰੰਟ ਤੇ ਨੁਮਾਇੰਦੇ ਅਲੱਗ-ਅਲੱਗ ਸਟੇਟਮੈਂਟਸ ਦੇ ਰਹੇ ਨੇ। ਉਸ ਟਾਈਮ ਤੇ ਕਮਿਸ਼ਨ ਨੇ ਦੁਬਾਰਾ ਤੋਂ ਇਹ ਇਨੀਸ਼ੀਏਟਿਵ ਲਿਆ, ਲੋਕੀ ਇਹਨੂੰ ਇੱਕ ਪੋਲਿਟੀਕਲ ਉਹਦੇ ਨਾਲ ਜੋੜ ਕੇ ਦੇਖ ਰਹੇ ਨੇ, ਪਰ ਮੇਰਾ ਆਪਣਾ ਵੀ ਇੱਕ ਜ਼ਮੀਰ ਹੈ, ਮੇਰੀ ਆਪਣੀ ਵੀ ਇੱਕ ਪਰਸਨੈਲਿਟੀ ਹੈ, ਮੇਰਾ ਆਪਣਾ ਵੀ ਇੱਕ ਕੈਰੀਅਰ ਹੈ। ਜੀ
ਮਨੀਸ਼ਾ ਗੁਲਾਟੀ ਜੀ, ਠੀਕ ਹੈ, ਇਸੇ ਗੱਲ ਜ਼ਮੀਰ ਦੀ ਤੁਸੀਂ ਕਰ ਰਹੇ ਹੋ, ਠੀਕ ਹੈ। ਮਨੀਸ਼ਾ ਗੁਲਾਟੀ ਜੀ, ਕਾਫੀ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਤੁਹਾਡੇ ਆਪਣੇ ਕੰਮ ਨੂੰ, ਬਹੁਤ ਵਧੀਆ ਤੁਹਾਡਾ ਕੰਮ ਹੁੰਦਾ ਹੈ, ਜਿੰਨੇ ਹੁਣ ਤੱਕ ਮਾਮਲੇ ਆਏ ਤੁਸੀਂ ਉਹਨਾਂ ਨੂੰ ਸੋਲਵ ਕੀਤਾ। ਜਦੋਂ ਇਹ ਮੀ ਟੂ ਵਾਲਾ ਕੈਂਪੇਨ ਸ਼ੁਰੂ ਹੋਈ ਸੀਗੀ ਤਾਂ ਉਸ ਦੌਰਾਨ ਕਈ ਅਜਿਹੀਆਂ ਵੱਡੀਆਂ ਵੱਡੀਆਂ ਹਸਤੀਆਂ ਸੀਗੀਆਂ ਜਿਨ੍ਹਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ, ਜਿਨ੍ਹਾਂ ਦੇ ਉੱਤੇ ਵੀ ਅਜਿਹੇ ਇਲਜ਼ਾਮ ਲੱਗੇ ਸੀ, ਮੀ ਟੂ ਕੈਟਾਗਰੀ ਦੇ ਵਿੱਚ ਆਏ ਸੀਗੇ ਉਸ ਕੈਂਪੇਨ ਦੇ ਵਿੱਚ, ਚਾਹੇ ਉਹ ਬਾਲੀਵੁੱਡ ਸਟਾਰ ਹੋਣ ਜਾਂ ਫਿਰ ਕੋਈ ਵੀ ਹੋਵੇ, ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ। ਤਾਂ ਫਿਰ ਚਰਨਜੀਤ ਚੰਨੀ ਉਸ ਦੌਰਾਨ ਤੋਂ ਬਚਦੇ ਕਿਉਂ ਆ ਰਹੇ, ਇਹਨਾਂ ਨੂੰ ਕਿਉਂ ਸੇਫ ਰੱਖਿਆ ਗਿਆ ਉਦੋਂ? देखो जी, ਇਹ ਤੇ ਗੱਲ ਹੁਣ ਇੱਥੇ ਇਹ ਹੋ ਗਈ ਕਿ ਜਨਤਾ ਕਰੇ ਤੇ ਜਨਤਾ ਚੋਰ। ਜੇ ਜਨਤਾ ਇਸ ਤਰ੍ਹਾਂ ਕੋਈ ਵਾਕਿਆ ਕਰਦੀ ਪਬਲਿਕ ਵਿੱਚੋਂ ਪਾਈ ਜਾਂਦੀ ਹੈ ਤੇ ਉਹਦੇ ਤੇ ਧਾਰਾਵਾਂ ਲੱਗ ਜਾਂਦੀਆਂ ਨੇ, ਉਹ ਚੋਰ ਹੋ ਗਿਆ। ਜੇ ਸਰਕਾਰ ਦੇ ਨੁਮਾਇੰਦੇ ਕਰੇ ਤੇ ਉਹ ਸਾਧ ਹੋ ਗਏ। ਮੈਂ ਬਾਰ-ਬਾਰ ਇਹ ਗੱਲ ਨੂੰ ਕਰਦੀ ਆ ਰਹੀ ਹਾਂ ਕਿ ਸਰਕਾਰ ਇਹਦੇ ਤੇ ਸਾਨੂੰ ਜਵਾਬਦੇਹੀ ਸਰਕਾਰ ਦੀ ਬਣਦੀ ਹੈ। ਮਨੀਸ਼ਾ ਗੁਲਾਟੀ ਜੀ, ਤੁਹਾਡੇ ਹੱਥ ਕਿੰਨੇ ਬਣੇ ਹੋਏ ਸੀ? ਤੁਸੀਂ ਇੰਨੇ ਜਣਿਆਂ ਤੇ ਕਾਰਵਾਈ ਕੀਤੀ, ਚਰਨਜੀਤ ਚੰਨੀ ਦੇ ਉੱਤੇ ਉਦੋਂ ਕਾਰਵਾਈ ਕਿਉਂ ਨਹੀਂ ਹੋਈ ਪਈ? ਤੁਹਾਡੇ ਹੱਥ ਕਿਹਦੇ ਵੱਲੋਂ ਬੰਨੇ ਗਏ ਸੀ? ਜੀ ਸ਼ਾਇਦ ਤੁਹਾਡਾ ਸਵਾਲ ਬਿਲਕੁਲ ਠੀਕ ਹੈ ਕਿ ਮੇਰੇ ਹੱਥ ਕਿਸੇ ਨੇ ਵੀ ਨਹੀਂ ਬੰਦੇ ਹੋਏ ਸੀ। ਜੇ ਮੇਰੇ ਹੱਥ ਬੰਦੇ ਹੁੰਦੇ ਤੇ ਅੱਜ ਮੇਰਾ ਸਵਾਲ ਸਿਰਫ ਇੱਕ ਮਿਨਿਸਟਰ ਨੂੰ ਹੀ ਬੁਲਾ ਕੇ ਉਹਦੇ ਕੋਲੋਂ ਜਵਾਬਦੇਹੀ ਮੰਨਣਾ ਸੀ। ਮੈਂ ਸਰਕਾਰ ਨੂੰ ਜਵਾਬਦੇਹੀ ਮੰਨਣੀ ਹੈ ਕਿ ਤੁਸੀਂ ਉਸ ਟਾਈਮ ਤੇ ਇੱਕ ਸਟੇਟਮੈਂਟ ਦਿੱਤੀ ਕਿ ਇਹ ਖਤਮ ਹੋ ਗਿਆ ਮਾਮਲਾ। ਜੇ ਮਾਮਲਾ ਖਤਮ ਹੋ ਗਿਆ ਤੇ ਅੱਜ ਅਖਬਾਰਾਂ ਨੇ ਇਹ ਨਿਊਜ਼ ਕਿਉਂ ਲਗਾਈ ਔਰ ਮੈਨੂੰ ਆਫੀਸਰ ਕਿਉਂ ਟਾਰਗੇਟ ਕਰ ਰਹੇ ਨੇ? ਓਕੇ, ਠੀਕ ਹੈ, ਖਤਮ ਹੋ ਗਿਆ ਜੀ। ਮਨੀਸ਼ਾ ਜੀ, ਠੀਕ ਹੈ, ਸਰਕਾਰ ਦੀ ਗੱਲ ਤੁਸੀਂ ਕਰ ਰਹੇ ਹੋ, ਸਰਕਾਰ ਤੁਹਾਡੇ ਨਜ਼ਰੀਏ 'ਚ ਕੌਣ ਹੁੰਦੀ ਹੈ? ਸਰਕਾਰ ਦੇ ਵਿੱਚ ਕੌਣ-ਕੌਣ ਸ਼ਾਮਿਲ ਹੁੰਦਾ ਹੈ? ਦੇਖੋ, ਸਰਕਾਰ ਤੇ ਸਟੇਟ ਦੇ ਚੀਫ ਸੈਕਟਰੀ ਪੂਰੀ ਸਰਕਾਰ ਦੀ ਬਾਡੀ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਨੇ। ਬਾਕੀ ਜਿਹੜਾ ਸਟੇਟ ਦਾ ਇੱਕ ਸੰਵਿਧਾਨ ਹੈ ਜਿਹੜਾ ਸਟੇਟ ਨੂੰ ਦੇਖ ਰਿਹਾ ਉਹ ਪੰਜਾਬ ਦੇ ਮੁੱਖ ਮੰਤਰੀ ਦੇ। ਜੀ, ਸੋ ਕੈਪਟਨ ਸਾਹਿਬ ਨੇ ਤੁਹਾਡੇ ਹੱਥ ਬੰਨੇ ਸੀ, ਕੈਪਟਨ ਸਾਹਿਬ ਦੇ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਉਹ ਗੱਲ ਕਹੀ ਗਈ ਸੀ, ਤੇ ਜੇ ਕੈਪਟਨ ਸਾਹਿਬ ਦੇ ਵੱਲੋਂ ਇਹ ਕਾਰਵਾਈ ਨਾ ਕਰਨ ਦੀ ਗੱਲ ਕਹੀ ਗਈ ਸੀਗੀ ਤਾਂ ਫਿਰ ਕਿੱਥੇ ਹੈ ਵੂਮਨ ਸਿਕਿਉਰਿਟੀ? ਯਾਨੀ ਕਿ ਫਿਰ ਔਰਤਾਂ ਦੇ ਖਿਲਾਫ ਅਗਰ ਜੇ ਕੈਂਪੇਨ ਸ਼ੁਰੂ ਕੀਤੀ ਗਈ ਸੀ। ਮੈਂ ਬਾਰ-ਬਾਰ ਇਹੋ ਗੱਲ ਕਹਾਂਗੀ ਕਿ ਮੇਰੇ ਹੱਥ ਕਿਸੇ ਨੇ ਵੀ ਨਹੀਂ ਬੰਦੇ ਹੋਏ ਸੀ। ਜੇ ਮੇਰੇ ਹੱਥ ਨਾ ਮੇਰਾ ਆਪਣਾ ਕੈਰੀਅਰ, ਮੇਰਾ ਆਪਣਾ ਵਜੂਦ, ਮੈਨੂੰ ਇਹਨਾਂ ਨੇ ਬਣਾਇਆ ਜ਼ਰੂਰ ਹੈ ਪਰ ਮੈਨੂੰ ਇਹਨਾਂ ਨੇ ਖਰੀਦ ਨਹੀਂ ਲਿਆ। ਮੈਂ ਵੀ ਵੂਮਨ 50% ਵੋਟ ਵੂਮਨਸ ਦੇ ਕਨਸਟੀਟਿਊਸ਼ਨਲ ਰਾਈਟਸ ਦੇਖ ਰਹੀ ਹਾਂ। ਸਰਕਾਰ ਦੀ ਉਦੋਂ ਸਟੇਟਮੈਂਟ ਆਈ ਸੀ, ਸਾਡੇ ਹੱਥ ਸਿਰਫ ਕਿਉਂਕਿ ਸਾਡੇ ਹੱਥ 'ਚ ਕੰਪਲੇਂਟ ਨਹੀਂ ਸੀ। ਉਹ ਲੇਡੀ ਆਫੀਸਰ ਜਿਹੜੀ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੀ ਡਾਇਰੈਕਟਰ ਸੀ, ਆਪਣੇ ਵਜੂਦ ਵਾਸਤੇ ਆਪਣੀ ਲੜਾਈ ਖੁਦ ਨਹੀਂ ਲੜ ਸਕੀ। ਸਾਡੇ ਹੱਥ ਸਿਰਫ ਇੱਥੇ ਬੰਦੇ ਹੋਏ ਸੀ ਕਿ ਸਾਡੇ ਕੋਲ ਇਨ ਰਿਟਰਨ ਕੰਪਲੇਂਟ ਨਹੀਂ ਸੀ। ਆਪਾਂ ਅੱਜ ਵੀ ਸੂ ਮੋਟੋ ਐਕਸ਼ਨ ਹੀ ਲਿੱਤਾ ਜੀ। ਸੋ ਕੀ ਲੱਗਦਾ ਹੈ ਸਰਕਾਰ ਦੇ ਆਪਣੇ ਕਹਿ ਸਕਦੇ ਆ ਵੀ ਸਰਕਾਰ ਦੇ ਵਿੱਚ ਐਮਐਲਏ, ਬਹੁਤ ਸਾਰੇ ਵਿਧਾਇਕ ਅਜਿਹੇ ਹੁੰਦੇ ਨੇ, ਬਹੁਤ ਸਾਰੇ ਮੰਤਰੀ ਹੁੰਦੇ ਨੇ ਜਿਨ੍ਹਾਂ ਨੂੰ ਮਿਲਾ ਕੇ ਜਿਹੜੀ ਹੈ ਇਹ ਪੂਰੀ ਕੈਟਾਗਰੀ ਬਣਦੀ, ਯਾਨੀ ਕਿ ਸਰਕਾਰ ਬਣਦੀ ਹੈ। ਉਹਦੇ ਵਿੱਚ ਮਹਿਲਾ ਜਿਹੜੀਆਂ ਨੇ ਉਹ ਵੀ ਮੰਤਰੀ ਹੁੰਦੀਆਂ ਨੇ, ਤੇ ਜੇ ਸਰਕਾਰ ਮਹਿਲਾਵਾਂ ਦੇ ਖਿਲਾਫ ਜਿਹੜੇ ਮੰਤਰੀ ਅਜਿਹੀਆਂ ਹਰਕਤਾਂ ਕਰ ਰਹੇ ਨੇ, ਮੈਸੇजेस ਅਸ਼ਲੀਲ ਉਹਨਾਂ ਨੂੰ ਭੇਜਦੇ ਨੇ, ਉਹਨਾਂ ਨੂੰ ਇਸ ਤਰੀਕੇ ਨਾਲ ਤੰਗ ਕਰਦੇ ਨੇ, ਤਾਂ ਯਾਨੀ ਕਿ ਸਰਕਾਰ ਉਹਨਾਂ ਨੂੰ ਬਚਾਉਂਦੀ ਹੈ। ਤੇ ਫਿਰ ਜਿਹੜੀਆਂ ਮਹਿਲਾ ਮੰਤਰੀ ਨੇ ਸਰਕਾਰ ਦੇ ਵਿੱਚ ਉਹ ਵੀ ਇਸ ਖਿਲਾਫ ਕੁਝ ਨਹੀਂ ਕਰਦੀਆਂ, ਉਹ ਵੀ ਆਵਾਜ਼ ਨਹੀਂ ਚੁੱਕਦੀਆਂ। देखो, मेरा आज जरा स्पष्टीकरण मंगया गया पूरी सरकार तो ही मंगया गया, पूरी सरकार नु ये कि इस टाइम पूरी सरकार इस घेरे च कि सरकार जवाब दे। सरकार जवाब दे, जब तक सरकार जवाब नहीं देगी सानू स्पष्टीकरण सरकार देवे जी। ਮਨੀਸ਼ਾ ਜੀ, ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਦੇ ਵੱਲੋਂ ਜਿਹੜਾ ਇਹ ਮਾਮਲਾ ਉਦੋਂ ਹੀ ਸੰਭਾਲਿਆ ਜਾ ਸਕਦਾ ਸੀ, ਉਦੋਂ ਹੀ ਕਾਰਵਾਈ ਕੀਤੀ ਜਾ ਸਕਦੀ ਸੀ? ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਅਣਗਹਿਲੀ ਰਹੀ ਹੈ ਇਹਦੇ ਵਿੱਚ? ਬਿਲकुल ਇਨਗਹਿਲੀ ਸਰਕਾਰ ਦੀ ਰਹੀ ਹੈ, ਬਿਲकुल ਇਨਗਹਿਲੀ ਸਰਕਾਰ ਦੀ ਰਹੀ ਹੈ। ਸਰਕਾਰ ਨੂੰ ਉਦੋਂ ਹੀ ਇੰਟਰਫੇਰੈਂਸ ਕਰਨੀ ਚਾਹੀਦੀ ਸੀ। ਇਹ 50% ਵੋਟ ਵੂਮਨਸ ਦਾ ਇਹ ਸਾਡਾ ਵੋਟ ਬੈਂਕ ਪਾਰਟੀ ਦੀ ਇਮੇਜ ਡਾਊਨ ਹੁੰਦੀ ਹੈ, ਇਹ ਸਰਕਾਰ ਨੂੰ ਦੇਖਣਾ ਚਾਹੀਦਾ ਸੀ। ਪਰ ਕਮਿਸ਼ਨ ਕਿਸੇ ਨੂੰ ਆਨਸਰੇਬਲ ਨਹੀਂ ਹੈ, ਕਮਿਸ਼ਨ ਨੂੰ ਕੋਈ ਇਨਫਲੂਐਂਸ ਨਹੀਂ ਕਰਦਾ। ਜੇ ਅੱਜ ਅਗਰ ਇਨਫਲੂਐਂਸ ਹੋਈ ਹੁੰਦੀ ਤਾਂ ਮੈਂ ਜ਼ਰੂਰ ਸਿਰਫ ਇੱਕ ਮੰਤਰੀ ਨੂੰ ਟਾਰਗੇਟ ਕਰਨਾ ਸੀ। ਜੀ ਮਨੀਸ਼ਾ ਜੀ, ਮਨੀਸ਼ਾ ਜੀ, ਇਲਜ਼ਾਮ ਅਜਿਹੇ ਵੀ ਲੱਗ ਰਹੇ ਨੇ, ਇਹ ਵੀ ਗੱਲ ਸਾਹਮਣੇ ਆਈ ਹੈ ਵੀ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੀ ਹੈ ਪ੍ਰਗਟ ਸਿੰਘ ਹੋਰੀ, ਚਰਨਜੀਤ ਚੰਨੀ ਦੀਆਂ ਮੁਲਾਕਾਤਾਂ ਹੋ ਰਹੀਆਂ ਸੀ। ਕੈਪਟਨ ਸਾਹਿਬ ਨੇ ਹੁਣ ਉਹਨਾਂ ਦੇ ਉੱਤੇ ਸ਼ਿਕੰਜਾ ਤਾਂ ਕੱਸ ਦਿੱਤਾ, ਹੁਣੇ ਤਾਂ ਉਹਦੀ ਜਿਹੜੀ ਹੈ ਖਾਮਿਆਜ਼ਾ ਇਹਨਾਂ ਨੂੰ ਭੁਗਤਣਾ ਪੈ ਰਿਹਾ ਤੇ ਮਹਿਲਾ ਕਮਿਸ਼ਨ ਦੇ ਸਖਤੀ ਕਰ ਦਿੱਤੀ ਹੈ। देखो शारी, इस गल नु मैं बिल्कुल इस टाइम ते जो एक टाइम है ना, सिर्फ एक टाइम सिचुएशन इस टाइम ते गलत है कि इस टाइम ते पॉलिटिकल अलग-अलग लीडर्स अलग-अलग फ्रंट ते बिखरे होए ने ते उनका टारगेट एक कमीशन नु भी नाल लेके जोड़िया जा रहा है। जदों तुसी हमेशा तो गलत चीज़ां देखदे आ रहे हो, तुहाडा एक्सपीरियंस ਤੁਹਾਨੂੰ ਇਹ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਸ਼ਾਇਦ ਕਮਿਸ਼ਨ ਨੂੰ ਵੀ ਇਨਫਲੂਐਂਸ ਕੀਤਾ ਗਿਆ ਹੈ। ਪਰ ਮਨੀਸ਼ਾ ਗੁਲਾਟੀ, ਮੈਂ ਇੱਕ ਪੜ੍ਹੀ ਲਿਖੀ ਅੱਜ ਦੇ ਟਾਈਮ ਦੀ ਔਰਤ ਆ, ਮੇਰਾ ਆਪਣਾ ਵੀ ਕੈਰੀਅਰ ਹੈ, ਮੇਰਾ ਆਪਣਾ ਵੀ ਵਜੂਦ ਹੈ, ਔਰ ਮੈਂ ਆਪਣੇ ਲਈ ਖੜੀ ਹੋਈ ਹਾਂ, ਆਪਣੀ ਵੂਮਨ ਕਮਿਊਨਿਟੀ ਲਈ ਖੜੀ ਹੋਈ ਹਾਂ। ਜੀ,
ਸੋ ਮਨੀਸ਼ਾ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ? ਸੁਣਿਆ ਕਿ ਤੁਸੀਂ ਹੜਤਾਲ ਦੀ ਗੱਲ ਕਹਿ ਦਿੱਤੀ ਹੈ ਵੀ ਤੁਸੀਂ ਹੜਤਾਲ ਤੇ ਜਾਓਗੇ, ਭੁੱਖ ਹੜਤਾਲ ਕਰੋਗੇ। ਸ਼ਹਿਰੀ ਕਮਿਸ਼ਨ ਕੋ ਸਿਵਲ ਕੋਰਟ ਦੀ ਪਾਵਰਾਂ ਨੇ। ਕਮਿਸ਼ਨ ਮੈਂ ਜਿਹੜੀ ਅੱਜ ਹੜਤਾਲ ਦੀ ਗੱਲ ਕੀਤੀ ਹੈ ਨਾ, ਸਿਰਫ ਤੇ ਸਿਰਫ ਹੜਤਾਲ ਦੀ ਗੱਲ ਕੀਤੀ ਹੈ ਵੂਮਨ ਕਮਿਊਨਿਟੀ ਦੇ ਸਪੋਰਟ ਲਈ ਕਿ ਜਿਸ ਤਰ੍ਹਾਂ ਇੱਕ ਆਫੀਸਰ ਡਰ ਗਈ, ਆਫੀਸਰ ਨੇ अपना वजूद ली लड़ाई नहीं लड़ी, सिर्फ वुमेन कम्युनिटी नु एक हल्लाशेरी देने वास्ते मैं धरने ते बांगी। अदरवाइज साडे कोल सिविल कोर्ट दी पावरां ने, आपां कानूनी कार्रवाई वास्ते कानूनी कार्रवाई लई मैनू किसी दी इजाजत दी लोड़ नहीं, मैं सरकार नु किसी वेले भी कटघरेज खड़ा कर सकती हां। जी बिल्कुल ठीक है मनीषा जी, तुहाडे कोल पावर है भी तुसीं सरकार नु कटहरे दे विच खड़ा कर सकदे हो। दो स्टेट अजिहे सीगे जिथे मंत्रियां दे वल्लों अजिहियां हरकतां कीतीआं गईआं सी ते उन्हां नु सस्पेंड होना पिया सी, उन्हां नु अहुदे तो ला दित्ता गया। तुसीं ਮੰਨਦੇ ਹੋ ਕਿ ਮੁੱਖ ਮੰਤਰੀ ਨੂੰ ਵੀ ਹੁਣ ਜਿਵੇਂ ਹੈ ਆਪਣੇ ਅਹੁਦੇ ਤੋਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ? देखो जी, ये सरकार नाल जुड़िया मामला, सरकार देखे लाना है नहीं लाना, दिस इज नॉट माय कप ऑफ टी। मैनू स्पष्टीकरण चाहिए, सरकार इनदे ते स्पष्टीकरण दे बस जी। स्पष्टीकरण माइंड अप हो गया सी, सरकार इन रिटर्न विच दे, ਆਪਾਂ अपनी फाइल क्लोज करिए बस जी। सो इस तो इलावा चरणजीत चन्नी ਲਈ ਕੀ ਕਹਿਣਾ ਚਾਹੋਗੇ? ਕੀ ਮੰਗ ਕਰਦੇ ਹੋ ਚरणजीत चन्नी ਲਈ? ਕੀ ਹੁਣ ਅਸਤੀਫਾ ਹੀ ਚरणजीत चन्नी ਦਾ ਹੱਲ ਹੈ ਜਾਂ ਫਿਰ ਕੁਝ ਹੋਰ? ਜੇ ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਅਸਤੀਫਾ ਦੇਣ ਨਾ ਦੇਣ, ਮੈਨੂੰ ਸਰਕਾਰ ਸਪਸ਼ਟੀਕਰਨ ਦੇ। ਜੇ ਮਾਫੀ ਮੰਗ ਲਿੱਤੀ ਗਈ ਸੀ, ਮੈਟਰ ਡਿਸਪੋਜ਼ਰ ਸੀ, ਸਰਕਾਰ ਇਨ ਰਿਟਰਨ ਕਮਿਸ਼ਨ ਨੂੰ ਦੇ ਬਸ। ਜੀ ਬਿਲਕੁਲ ਮਨੀਸ਼ਾ ਜੀ, ਬਹੁਤ ਬਹੁਤ ਸ਼ੁਕਰੀਆ ਜੀ तमाम ਜਾਣਕਾਰੀ ਸਾਂਝੀ ਕਰਨ ਦੇ ਲਈ। ਥੈਂਕ ਯੂ। ਸੋ ਮਨੀਸ਼ਾ ਗੁਲਾਟੀ ਜਿਹੜੇ ਨੇ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ, ਇਹਨਾਂ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਸੀ। ਹਾਲਾਂਕਿ ਇਲਜ਼ਾਮ ਇਸ ਵੇਲੇ ਵੂਮਨ ਕਮਿਸ਼ਨ ਦੇ ਉੱਤੇ ਵੀ ਉੱਠ ਰਹੇ ਨੇ ਕਿ ਕਾਰਵਾਈ ਜਿਹੜੀ ਆ ਉਹ ਇੰਨੀ ਦੇਰ ਤੱਕ ਰੁਕੀ ਰਹੀ। ਭੁੱਖ ਹੜਤਾਲ ਤੇ ਬੈਠਣਾ ਸੀ ਤਾਂ ਉਦੋਂ ਵੀ ਬੈਠਿਆ ਜਾ ਸਕਦਾ ਸੀ, ਪਰ ਅੱਜ ਹੀ ਇਹ ਮਸਲਾ ਕਿਉਂ ਛਿੜਿਆ ਗਿਆ? ਹੁਣ ਇਸ ਮਸਲੇ ਦੇ ਤਾਰ ਕਿਹਦੇ ਨਾਲ ਜੁੜਦੇ ਨੇ? ਵਿਰੋਧੀ ਧਿਰਾਂ ਵੀ ਜਾਂ ਆਮ ਤੌਰ ਦੇ ਉੱਤੇ ਸਿਆਸੀ ਮਾਹਰ ਕਹਿ ਲਓ, ਉਹ ਇਸ ਚੀਜ਼ ਨੂੰ ਜੋੜ ਰਹੇ ਨੇ ਕਿ ਸਿੱਧੂ ਦੇ ਨਾਲ ਮੁਲਾਕਾਤਾਂ ਜਿਹੜੀਆਂ ਨੇ ਇਹ ਉਹਦਾ ਖਾਮਿਆਜ਼ਾ ਹੁਣ ਭੁਗਤਣਾ ਪੈ ਰਿਹਾ ਵੀ ਹੁਣ ਪ੍ਰਗਟ ਸਿੰਘ ਦੇ ਉੱਤੇ ਕਾਰਵਾਈ ਹੋਏਗੀ ਤੇ ਇਸ ਤੋਂ ਇਲਾਵਾ ਚਰਨਜੀਤ ਚੰਨੀ ਨੂੰ ਵੀ ਕਿਤੇ ਨਾ ਕਿਤੇ ਸਖਤੀ ਵਰਤੀ ਜਾਏਗੀ। ਸੋ ਸਾਡੇ ਨਾਲ ਰਾਜੇਸ਼ ਗਿੱਲ ਜੀ ਵੀ ਇਸ ਖਬਰ ਦੇ ਉੱਤੇ ਜੁੜੇ ਹੋਏ ਨੇ, ਜਿਹੜੇ ਕਾਲਰ ਕਾਲ ਕਰਨਾ ਚਾਹੁੰਦੇ ਨੇ ਇਸ ਮੁੱਦੇ ਦੇ ਉੱਤੇ ਉਹ ਵੀ ਕਰ ਸਕਦੇ ਨੇ। ਰਾਜੇਸ਼ ਜੀ, ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਰਾਜੇਸ਼ ਜੀ, ਇਸ ਤੋਂ ਗੱਲ ਕਰਨ ਤੋਂ ਪਹਿਲਾਂ ਅਸੀਂ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਹੈ ਮਨੀਸ਼ਾ ਗੁਲਾਟੀ, ਉਹਨਾਂ ਦਾ ਪੱਖ ਜਾਣ ਰਹੇ ਸੀ, ਉਹਨਾਂ ਨਾਲ ਗੱਲ ਕਰ ਰਹੇ ਸੀਗੇ। ਸੋ ਉਹਨਾਂ ਨੇ ਕਾਫੀ ਸਾਰੀਆਂ ਗੱਲਾਂ ਦੇ ਉੱਤੇ ਇੱਕੋ ਗੱਲ ਕਹੀ ਹੈ ਵੀ ਮੈਨੂੰ ਸਿਰਫ ਮੁੱਖ ਮੰਤਰੀ ਨਾਲ ਜਿਹੜਾ ਸਪਸ਼ਟੀਕਰਨ ਚਾਹੀਦਾ, ਸਰਕਾਰ ਸਪਸ਼ਟੀਕਰਨ ਦੇਵੇ। ਹੁਣ ਇਹ ਮਸਲਾ ਜਿੰਨਾ ਬਿਖਰਿਆ ਪਿਆ ਹੈ, ਥੋੜੀ ਦੇਰ ਪਹਿਲਾਂ ਹੀ ਸੁਨੀਲ ਜਾਖੜ ਜਿਹੜੇ ਨੇ, ਹਾਲਾਂਕਿ ਲੰਬੇ ਸਮੇਂ ਤੋਂ ਸੁਨੀਲ ਜਾਖੜ ਜਿਹੜੇ ਆ ਐਕਟਿਵ ਨਹੀਂ ਦਿਖਾਈ ਦੇ ਰਹੇ ਸੀ, ਸੁਨੀਲ ਜਾਖੜ ਥੋੜੀ ਦੇਰ ਪਹਿਲਾਂ ਹੀ ਲਾਈਵ ਹੋਏ ਨੇ, ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਹੈ। ਉਹ ਕਹਿੰਦੇ ਨੇ ਵੀ ਅਜਿਹਾ ਕੁਝ ਨਹੀਂ ਹੋਇਆ ਵੀ ਮੁੱਖ ਮੰਤਰੀ ਦੇ ਕਿਸੇ ਬੰਦੇ ਦੇ ਵੱਲੋਂ, ਸਰਕਾਰ ਦੇ ਬੰਦੇ ਵੱਲੋਂ ਪ੍ਰਗਟ ਸਿੰਘ ਨੂੰ ਅਜਿਹਾ ਫੋਨ ਗਿਆ ਹੋਵੇ ਕਿ ਆਪਣੀ ਤਿਆਰੀ ਕਰ ਲਓ, ਤੁਹਾਡੇ ਤੇ ਹੁਣ ਕਾਰਵਾਈ ਕੀਤੀ ਜਾਏਗੀ, ਤੁਹਾਡਾ ਅਸੀਂ ਹੁਣ ਜਿਵੇਂ ਵੀ ਹੈ ਸਫਾਇਆ ਕਰਨ ਜਾ ਰਹੇ ਹਾਂ। ਉਹ ਕਹਿੰਦੇ ਅਜਿਹੀ ਕੋਈ ਕਾਲ ਹੀ ਨਹੀਂ ਗਈ। ਹੁਣ ਇਹ ਕਿੱਧਰ ਨੂੰ, ਕਿਹੜਾ ਤਾਣਾ ਬਾਣਾ ਕਿੱਧਰ ਨੂੰ ਉਲਝਿਆ ਪਿਆ? ਦੇਖੋ, ਪਹਿਲਾਂ ਤਾਂ ਅਸੀਂ ਗੱਲ ਕਰ ਲਈਏ ਅੱਜ ਦੀ ਜਿਹੜੀ ਕਾਰਵਾਈ ਆ, ਜਿਸ ਦੇ ਬਾਰੇ ਮੈਡਮ ਮਨੀਸ਼ਾ ਗੁਲਾਟੀ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕਰ ਰਹੇ ਸੀ, ਪਹਿਲਾਂ ਤਾਂ ਅਸੀਂ ਉਹ ਗੱਲ ਕਰ ਲਈਏ। ਹੁਣ ਜਿਹੜਾ ਕੁੱਲ ਲਬੋ ਲਬਾਬ ਹੈ, ਜਿਹੜੀ ਸਾਰੀ ਗੱਲਬਾਤ ਹੈ, ਉਹ ਆਮ ਲੋਕਾਂ ਤੱਕ ਪਹੁੰਚ ਚੁੱਕੀ ਹੈ ਕਿ ਇਹ ਜਿਹੜਾ ਲੜੀਵਾਰ ਕਾਰਵਾਈ ਦੀ ਗੱਲ ਚੱਲ ਰਹੀ ਹੈ, ਉਹ ਕਿਉਂ ਚੱਲ ਰਹੀ ਹੈ, ਕਿੱਥੋਂ ਚੱਲ ਰਹੀ ਹੈ, ਸਾਰੇ ਤਾਰ ਕਿੱਥੇ ਜੁੜੇ ਨੇ, ਇਹ ਸਾਰੇ ਭਲੀਭਾਂਤੀ ਸਮਝਦੇ ਨੇ। ਅਣਭੋਲ ਲੋਕ ਨਹੀਂ ਆ, ਲੋਕ ਭੋਲੇ ਨਹੀਂ ਆ, ਸਾਰੀਆਂ ਗੱਲਾਂ ਸਮਝਦੇ ਨੇ। ਹੁਣ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਮੈਡਮ ਮਨੀਸ਼ਾ ਗੁਲਾਟੀ ਨਾਲ, ਆਪਾਂ ਉੱਤੇ ਹੀ ਆ ਜਾਈਏ, ਪਹਿਲਾਂ ਉੱਤੇ ਹੀ ਗੱਲ ਕਰ ਲਈ ਕਿਉਂਕਿ ਦਰਸ਼ਕਾਂ ਨੇ ਉਹ ਗੱਲ ਸੁਣੀ ਨਹੀਂ ਹੈ ਸਾਰੀ, ਤਾਂ ਉਹਦਾ ਥੋੜਾ ਜਿਹਾ ਜਿਹੜਾ ਕਹਿ ਸਕਦੇ ਆ ਕਿ ਸਰਜੀਕਲ ਜਿਹੜਾ ਆਪਰੇਸ਼ਨ ਕਰਨਾ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਦੇਖੋ, ਸਭ ਤੋਂ ਵੱਡੀ ਗੱਲ ਕਿ 3 ਸਾਲ ਪਹਿਲਾਂ ਦਾ ਇਹ ਮਾਮਲਾ ਹੈ। 3 ਸਾਲ ਪਹਿਲਾਂ ਮੀਟੂ ਦਾ ਜਦੋਂ ਮਾਮਲਾ ਬੜਾ ਸੁਰਖੀਆਂ ਦੇ ਵਿੱਚ ਸੀ, ਉਦੋਂ ਦੀ ਇਹ ਗੱਲ ਹੈ ਕਿ ਇਹ ਜਿਹੜੀਆਂ ਸ਼ਖਸੀਅਤਾਂ, ਵੱਡੀਆਂ ਸ਼ਖਸੀਅਤਾਂ ਜਿਹੜੀਆਂ, ਉਹਨਾਂ ਦੇ ਉੱਤੇ ਇੱਕ ਬਦਨਾਮੀ ਦਾ ਬੜਾ ਵੱਡਾ ਦਾਗ ਲੱਗਾ ਸੀ। ਔਰ ਉਦੋਂ ਜਦੋਂ ਸੋ ਮੋਟੋ ਇਹਨਾਂ ਨੇ ਇਹ ਮਾਮਲਾ ਅਡਾਪਟ ਕਰ ਲਿਆ ਸੀ ਮਾਮਲਾ, ਤੇ ਇੱਥੇ ਕਾਨੂੰਨੀ ਚਾਰਾਜੋਈ ਕਰਨ ਵਾਸਤੇ, ਕਾਨੂੰਨੀ ਕਾਰਵਾਈ ਵਾਸਤੇ, ਕਾਨੂੰਨੀ ਪ੍ਰਕਿਰਿਆ ਵਾਸਤੇ ਇਹ ਮਾਮਲੇ ਨੂੰ ਸੋ ਮੋਟੋ ਲੈ ਲਿਆ ਗਿਆ ਸੀ। ਕਾਨੂੰਨੀ ਪ੍ਰਕਿਰਿਆ ਦਾ ਮੈਂ ਇਸ ਕਰਕੇ ਗੱਲ ਕਰ ਰਿਹਾ ਹਾਂ ਕਿ ਉਹ ਕਾਨੂੰਨੀ ਪ੍ਰਕਿਰਿਆ ਕਿੱਥੇ ਹੋਈ। ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਸੀ ਕਿ ਇਸ ਦੌਰਾਨ ਜਦੋਂ ਸੋ ਮੋਟੋ ਲੈ ਲਿਆ, ਕੋਈ ਮਾਮਲਾ ਲੈ ਲਿਆ, ਉਸ ਮਾਮਲੇ ਦੇ ਵਿੱਚ ਬਕਾਇਦਾ ਤੌਰ ਤੇ ਸਮਨਿੰਗ ਹੁੰਦੀ ਹੈ। ਸਮਨਿੰਗ ਕਰਕੇ ਫਿਰ ਅੱਜ ਤੱਕ ਨਾ ਤਾਂ ਚੰਨੀ ਨੂੰ ਸੱਦਿਆ ਗਿਆ, ਨਾ ਤਾਂ ਕਿਸੇ ਗਵਾਹ ਨੂੰ ਸੱਦਿਆ ਗਿਆ। ਹੁਣ ਇਹਨਾਂ ਦਾ ਇੱਕ ਹੋਰ ਜਿਹੜਾ ਕਹਿਣਾ ਹੈ ਕਿ ਇਹਨਾਂ ਨੂੰ ਰਿਟਨ ਕੰਪਲੇਂਟ ਨਹੀਂ ਆਈ। ਜੇ ਤੁਸੀਂ ਇਹ ਸ਼ਿਕਾਇਤ ਕਰ ਰਹੇ ਹੋ ਸਾਰਿਆਂ ਦੇ ਅੱਗੇ ਕਿ ਇਹਨਾਂ ਨੂੰ ਰਿਟਨ ਕੰਪਲੇਂਟ ਨਹੀਂ ਪਹੁੰਚੀ, ਪੁੱਛਦੇ ਦੱਸਿਆ ਜਾ ਰਿਹਾ ਉਸ ਆਈਐਸ ਆਫਿਸਰ ਨੂੰ, ਚਲੋ ਇਹ ਅਸੀਂ ਇਹ ਵੀ ਮੰਨਦੇ ਹਾਂ ਕਿ ਠੀਕ ਹੈ, ਉਹਨਾਂ ਨੂੰ ਰਿਟਨ ਕੰਪਲੇਂਟ ਕਰਕੇ ਅੱਗੇ ਆਉਣਾ ਚਾਹੀਦਾ ਸੀ, ਪਰ
ਜੇ ਤੁਹਾਡੇ ਕੋਲ ਸੋ ਮੋਟੋ ਕਿਸੇ ਮਾਮਲੇ ਨੂੰ ਚੁੱਕਣ ਦੀ ਪਾਵਰ ਹੈਗੀ ਆ, ਤੁਸੀਂ ਇੱਕ ਕੋਰਟ ਹੋ, ਤਾਂ ਤੁਸੀਂ ਸੋ ਮੋਟੋ ਲੈ ਕੇ ਉਸ ਤੇ ਕਾਰਵਾਈ ਨੂੰ ਵੀ ਪੂਰੀ ਤਰ੍ਹਾਂ ਨਾਲ ਅਮਲ ਦੇ ਵਿੱਚ ਲਿਆ ਸਕਦੇ ਸੀ। ਉਹ ਕਾਰਵਾਈ ਕਿੱਥੇ ਆ? ਉਹ ਕਾਰਵਾਈ ਬਿਲਕੁਲ ਨਦਾਰਦ ਹੈ। ਕਿਸੇ ਕਿਸਮ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ, ਕਿਸੇ ਨੂੰ ਸੰਮਨ ਨਹੀਂ ਕੀਤਾ ਗਿਆ। ਅੱਜ ਤੱਕ ਕੋਈ ਪੱਖ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਸੇ ਦਾ ਵੀ ਕਿ ਆਹ ਤੁਹਾਡੇ ਤੇ ਇਲਜ਼ਾਮ ਲੱਗੇ ਨੇ, ਤੁਸੀਂ ਆਪਣਾ ਪੱਖ ਕੋਰਟ ਅੱਗੇ ਲਿਆ ਕੇ ਰੱਖੋ। ਉਨੀ ਦੇਰ ਤੱਕ ਨਾ ਸਰਕਾਰ ਨੂੰ ਸਮਨਿੰਗ ਕੀਤੀ ਗਈ ਤੇ ਨਾ ਚਰਨਜੀਤ ਚੰਨੀ ਨੂੰ ਸਮਨਿੰਗ ਕੀਤੀ ਗਈ। ਕਿਸੇ ਤਰੀਕੇ ਦੀ ਕੋਈ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਗਿਆ। ਸਭ ਤੋਂ ਵੱਡਾ ਇਹ ਸਬੂਤ ਇਹੀ ਹੈ। ਹੁਣ ਮਨੀਸ਼ਾ ਗੁਲਾਟੀ ਮੈਡਮ ਇਹ ਕਹਿ ਰਹੇ ਨੇ ਕਿ ਟਾਈਮਿੰਗ ਗਲਤ ਹੋ ਗਈ। ਟਾਈਮਿੰਗ ਤਾਂ ਵਾਕਈ ਗਲਤ ਹੋ ਗਈ, ਟਾਈਮਿੰਗ ਤਾਂ ਬਹੁਤ ਗਲਤ ਹੋ ਗਈ, ਕਿਉਂਕਿ ਇਹ ਲੜੀ ਜਿਹੜੀ ਚੱਲ ਰਹੀ ਹੈ, ਲੜੀ ਤੀਜੀ ਲੜੀ ਹੈ। ਤੀਜੀ ਲੜੀ ਦੇ ਵਿੱਚ ਆ ਕੇ ਹੁਣ ਇੱਕ ਦੇਖੋ, ਆਫਟਰ ਆਲ ਇਹ ਜਿਹੜਾ ਕਮਿਸ਼ਨ ਆ, ਇਸ ਦੇ ਉੱਤੇ ਜਿਹੜੀ ਅਪਾਇੰਟਮੈਂਟ ਆ ਉਹ ਗਵਰਨਮੈਂਟ ਵੱਲੋਂ ਕੀਤੀ ਗਈ। ਹੁਣ ਨੋ ਡਾਊਟ ਇਹ ਮੈਡਮ ਮਨੀਸ਼ਾ ਗੁਲਾਟੀ ਜਿਹੜੇ ਨੇ ਬਹੁਤ ਬੋਲਡ ਨੇ, ਬਹੁਤ ਚੰਗੀ ਤਰ੍ਹਾਂ ਬੋਲਦੇ ਨੇ, ਆਪਣੀ ਗੱਲ ਜਿਹੜੀ ਆ ਉਹ ਬੜੇ ਜ਼ਬਰਦਸਤ ਤਰੀਕੇ ਨਾਲ ਰੱਖਣ ਦੀ ਤਾਕਤ ਰੱਖਦੇ ਨੇ। ਔਰ ਸ਼ੁਰੂ ਤੋਂ ਇਹ ਅਸੀਂ ਦੇਖਦੇ ਆਏ ਹਾਂ ਕਿ ਇਹਨਾਂ ਨੇ ਕਈ ਕਾਰਵਾਈਆਂ ਵੀ ਕੀਤੀਆਂ ਨੇ। ਨਹੀਂ ਤੇ ਇਸ ਤੋਂ ਪਹਿਲਾਂ ਜਿਹੜੇ ਕਮਿਸ਼ਨ ਅਸੀਂ ਦੇਖਦੇ ਸੀ, ਕਮਿਸ਼ਨ ਜਿਹੜੇ ਸੀ ਉਹ ਰੌਲਾ ਰੱਪਾ ਤੇ ਬਹੁਤ ਪਾ ਦਿੰਦੇ ਸੀਗੇ ਜੀ। ਕਿਤੇ ਜੇ ਈਵਨ ਜਿਹੜੇ ਐਸਸੀ ਕਮਿਸ਼ਨ ਅਸੀਂ ਦੇਖੇ ਉੱਥੋਂ ਤੱਕ ਕਿ ਬਹੁਤ ਕੁਝ ਹੋਇਆ ਤੇ ਉਸ ਤੋਂ ਬਾਅਦ ਉਹ ਚੀਜ਼ਾਂ ਠੰਡੇ ਬਸਤੇ 'ਚ ਪੈ ਜਾਂਦੀਆਂ ਸੀ ਤੇ ਕਿਤੇ ਵੀ ਕੋਈ ਜਿਹੜੀ ਆ ਕਾਰਵਾਈ ਨਜ਼ਰ ਨਹੀਂ ਆਉਂਦੀ ਸੀ। ਖੈਰ ਇਹਨਾਂ ਨੇ ਕੁਝ ਕਾਰਵਾਈਆਂ ਕੀਤੀਆਂ ਵੀ ਜਿਹੜੀਆਂ ਕਿ ਸਾਨੂੰ ਨਜ਼ਰ ਨਹੀਂ ਆਈਆਂ ਔਰ ਉਹ ਚੀਜ਼ਾਂ ਸਾਹਮਣੇ ਸੀ। ਪਰ ਆਹ ਮਾਮਲੇ ਦੇ ਵਿੱਚ ਹੁਣ ਇਸ ਵੇਲੇ ਜਦੋਂ ਕਿ ਆਫਟਰ ਆਲ ਜਿਹੜਾ ਕਮਿਸ਼ਨ ਹੈ ਉਹ ਉਸ ਦੀ ਚੇਅਰਪਰਸਨ ਜਿਹੜੀ ਆ ਉਹ ਸਰਕਾਰ ਵੱਲੋਂ ਥਾਪੀ ਗਈ ਹੈ। ਔਰ ਉਸ ਤੋਂ ਬਾਅਦ ਇਸ ਮੌਕੇ ਦੇ ਉੱਤੇ ਅਜਿਹੀ ਕਿ ਜਿਹੜੀ ਹੈ ਸਰਕਾਰ ਨੇ ਖੁਦ ਜਵਾਬ ਮੰਗਿਆ ਹੋ ਸਕਦਾ ਹੈ। ਸਰਕਾਰ ਨੇ ਖੁਦ ਕਿਹਾ ਹੋ ਸਕਦਾ ਕਿ ਤੁਸੀਂ ਸਾਡੇ ਕੋਲ ਜਵਾਬ ਮੰਗੋ, ਅਸੀਂ ਜਵਾਬ ਦਾਂਗੇ ਇਹਦਾ। ਹੁਣ ਦੇਖੋ, ਜਦੋਂ ਗੱਲ ਨੂੰ ਕਿਸੇ ਪਾਸੇ ਵੱਲ ਤੋਰਨਾ ਹੈ ਸਰਕਾਰ ਨੇ, ਗੱਲ ਨੂੰ ਕਿਸੇ ਪਾਸੇ ਵੱਲ ਅਜਿਹੀ ਚੀਜ਼ ਕਰਨੀ ਹੈ ਜਿਹੜੀ ਬਾਹ ਮਰੋੜਨ ਦੀ ਗੱਲ ਹੋ ਰਹੀ ਹੈ, ਵਾਰ-ਵਾਰ ਗੱਲ ਹੋ ਰਹੀ ਹੈ। ਜਦੋਂ ਉਸ ਪਾਸੇ ਵੱਲ ਜਾਣਾ ਹੈ ਸਰਕਾਰ ਨੇ, ਤਾਂ ਸਰਕਾਰ ਨੇ ਅਜਿਹੀਆਂ ਚੀਜ਼ਾਂ ਨੂੰ ਖੁਦ ਅਮਲ 'ਚ ਲਿਆਉਣਾ ਹੁੰਦਾ ਹੈ। ਸਰਕਾਰ ਨੇ ਕਹਿਤਾ ਕਿ ਸਾਡੇ ਕੋਲ ਜਵਾਬ ਮੰਗੋ, ਅਸੀਂ ਜਵਾਬ ਦਾਂਗੇ। ਹੁਣ ਤੁਸੀਂ ਸ਼ਾਇਦ ਹੁਣ ਉਹ ਵੀ ਟਾਈਮ ਆ ਜਾਏ, ਹੋ ਸਕਦਾ ਕੋਈ ਰਿਟਨ ਕੰਪਲੇਂਟ ਵੀ ਸਾਹਮਣੇ ਆ ਜਾਏ, ਜਾਂ ਹੋ ਸਕਦਾ ਸਰਕਾਰ ਹੁਣ ਇਸ ਦੇ ਵਿੱਚ ਜਵਾਬ ਦੇਣ ਤੋਂ ਪਹਿਲਾਂ ਉਹ ਸਰਕਾਰ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਉਹ ਜਵਾਬ ਕਿਸ ਆਧਾਰ ਤੇ ਦੇਵੇ। ਸਰਕਾਰ ਨੂੰ ਵੀ ਇੱਕ ਆਧਾਰ ਜਿਹੜਾ ਉਹ ਬਣਾਉਣਾ ਪਵੇਗਾ ਹੁਣ ਕਿ ਆਹ ਆਧਾਰ ਆ। ਚਰਨਜੀਤ ਚੰਨੀ ਨਾਲ ਵੀ ਗੱਲ ਹੋਏਗੀ, ਚਰਨਜੀਤ ਚੰਨੀ ਨੂੰ ਸਰਕਾਰ ਵੀ ਪੁੱਛ ਸਕਦੀ ਹੈ, ਸੈਕਟਰੀ ਲੈਵਲ ਤੇ ਪੁੱਛਗਿੱਛ ਹੋ ਸਕਦੀ ਹੈ ਵੀ ਸਾਨੂੰ ਕੋਰਟ ਦੇ ਆਰਡਰ ਆਏ ਨੇ ਜੀ ਕਿ ਅਸੀਂ ਤੇਰੇ ਤੋਂ ਹੁਣ ਪੁੱਛਗਿੱਛ ਕਰਨੀ ਆ, ਆਪਾਂ ਤੈਨੂੰ ਕਾਗਜ਼ਾਂ ਦੇ ਵਿੱਚ ਭਰਨਾ ਹੁਣ। ਤਾਂ ਉਸ ਦੇ ਵਾਸਤੇ ਜਿਹੜੀ ਆ ਉਹ ਬਕਾਇਦਾ ਤੌਰ ਤੇ ਸੈਕਟਰੀ ਲੈਵਲ ਤੇ ਜਿਹੜੀ ਆ ਚਰਨਜੀਤ ਸਿੰਘ ਚੰਨੀ ਤੋਂ ਸਰਕਾਰ ਪੁੱਛਗਿੱਛ ਕਰਦੀ ਹੈ। ਸਰਕਾਰ ਨੂੰ ਟੂਲਸ ਜਿਹੜੇ ਚਾਹੀਦੇ ਹੁੰਦੇ ਨੇ ਕਿ ਉਹਨਾਂ ਨੇ ਜਿਹੜੀ ਚੀਜ਼ ਧਾਰ ਲਈ ਹੈ ਉਹ ਚੀਜ਼ ਨੂੰ ਕਿਵੇਂ ਅਮਲ 'ਚ ਲਿਆਉਣਾ, ਉਹ ਟੂਲਸ ਸਰਕਾਰ ਕੋਲ ਬਹੁਤ ਨੇ, ਜਿੱਦਾਂ ਵਿਜੀਲੈਂਸ ਹੈ ਜਾਂ ਜਿੱਦਾਂ ਜਿਹੜੇ ਆਫੀਸਰਸ ਨੇ, ਵੱਖ-ਵੱਖ ਡਿਪਾਰਟਮੈਂਟ ਨੇ, ਜਿੱਦਾਂ ਕੇਂਦਰ ਦੇ ਵਿੱਚ ਅਸੀਂ ਦੇਖਦੇ ਹਾਂ CBI ਦਾ ਇਸਤੇਮਾਲ ਹੁੰਦਾ ਹੈ, ED ਦਾ ਇਸਤੇਮਾਲ ਹੁੰਦਾ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵਿਜੀਲੈਂਸ ਦਾ ਹੋਰ ਕਈ ਮਹਿਕਮੇ ਨੇ, ਆਪਣੇ ਇਨਕਮ ਟੈਕਸ ਨੇ, ਕਈ ਤਰ੍ਹਾਂ ਦੇ ਮਹਿਕਮੇ ਨੇ ਸਰਕਾਰੀ ਜਿਨ੍ਹਾਂ ਦਾ ਵੱਖ-ਵੱਖ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾਂਦਾ। ਸੋ ਇਸ ਮਾਮਲੇ ਦੇ ਵਿੱਚ ਲੋਕ ਇਹ ਗੱਲ ਸਮਝਦੇ ਨੇ, ਲੋਕ ਇਹ ਗੱਲ ਮਹਿਸੂਸ ਕਰਦੇ ਨੇ ਕਿ ਇੱਕ ਵਾਰ ਜਿਸ ਤਰ੍ਹਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸ਼ਿਕੰਜਾ ਕੱਸਿਆ ਗਿਆ, ਉਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਜਿਹੜਾ ਫੋਨ ਗਿਆ, ਹਾਲਾਂਕਿ ਚਲੋ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਜਾਖੜ ਸਾਹਿਬ ਨੇ ਇਹ ਗੱਲ ਕਹੀ ਕਿ ਕੋਈ ਫੋਨ ਨਹੀਂ ਗਿਆ, ਪਰ ਇੱਕ ਜ਼ਿੰਮੇਦਾਰ ਵਿਅਕਤੀ, ਉਹ ਵਿਅਕਤੀ ਜਿਹਨੇ 10 ਸਾਲ ਭਾਰਤ ਵੱਲੋਂ ਕਪਤਾਨੀ ਕੀਤੀ ਹਾਕੀ ਦੀ, ਉਹ ਵਿਅਕਤੀ ਜਦੋਂ ਔਨ ਰਿਕਾਰਡ ਇਹ ਗੱਲ ਕਹਿ ਰਿਹਾ ਔਰ ਗੱਲ ਕਰਦੇ ਕਰਦੇ ਪ੍ਰਗਟ ਸਿੰਘ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਨੇ ਵਾਰ-ਵਾਰ ਪੁੱਛਿਆ, ਜਿਹੜੇ ਪੋਲੀਟੀਕਲ ਸੈਕਟਰੀ ਨੇ ਫੋਨ ਕੀਤਾ, ਵਾਰ-ਵਾਰ ਉਹਨਾਂ ਨੇ ਪੁੱਛਿਆ ਕਿ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕੀ ਹੈ। ਉਹਨਾਂ ਨੇ ਕਿਹਾ ਜੀ ਹਾਂ, ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕੀ ਹੈ। ਇਹ ਗੱਲਾਂ ਜਿਹੜੀਆਂ ਉਹਨਾਂ ਨੇ ਫੋਨ ਨੂੰ ਹੀ ਜ਼ਰੀਆ ਬਣਾ ਕੇ, ਦੇਖੋ ਜਿਹੜੀ ਅੱਜ ਉਹਨਾਂ ਦੀ ਜਿੰਨੀ ਵੀ ਪ੍ਰੈਸ ਕਾਨਫਰੰਸ ਸੀ, ਉਸ ਫੋਨ ਨੂੰ ਆਧਾਰ ਬਣਾ ਕੇ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਤੇ ਉਹ ਕਿਵੇਂ ਝੂਠ ਬੋਲ ਦੇਣਗੇ ਕਿ ਉਹਨਾਂ ਨੂੰ ਫੋਨ ਨਹੀਂ ਆਇਆ। ਜਾਂ ਜਾਖੜ ਸਾਹਿਬ ਜਿਹੜੀ ਹੁਣ ਗੱਲ ਕਰ ਰਹੇ ਨੇ, ਦੇਖੋ ਜਾਖੜ ਸਾਹਿਬ ਵੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਜਦੋਂ ਅਸਤੀਫੇ ਦਿੱਤੇ ਗਏ ਕੈਬਨਿਟ ਦੀ ਮੀਟਿੰਗ ਦੇ ਵਿੱਚ, ਤਾਂ ਸਭ ਤੋਂ ਵੱਧ ਜਿਹੜੇ ਮਾੜੇ ਅਲਫਾਜ਼ ਵਰਤਣ ਵਾਲੇ ਜਾਂ ਜ਼ਿਆਦਾ ਭੜਕ ਕੇ ਬੋਲਣ ਵਾਲੇ ਉਸ ਵੇਲੇ ਜਾਖੜ ਸਾਹਿਬ ਹੀ ਸੀ। ਜਦੋਂ ਖਾਸ ਤੌਰ ਤੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ, ਇਸ ਤੋਂ ਪਹਿਲਾਂ ਵੀ ਬੋਲੇ, ਹੁਣੇ ਵੀ ਬੋਲੇ। ਦੇਖੋ ਬੇਅਦਬੀ ਦਾ ਮਾਮਲਾ ਜਿਹੜਾ ਜਗ੍ਹਾ ਤੇ, ਪਰ ਇਸ ਮਾਮਲੇ ਦੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ, ਸਭ ਤੋਂ ਸੌੜੀ ਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਸ ਮਾਮਲੇ ਤੇ ਲਗਾਤਾਰ ਹਰ ਪਾਰਟੀ ਵੱਲੋਂ ਸਿਆਸਤ ਹੀ ਕੀਤੀ ਜਾ ਰਹੀ ਹੈ, ਨਤੀਜਾ ਕੁਝ ਨਹੀਂ ਨਿਕਲਿਆ। ਸਭ ਤੋਂ ਵੱਡੀ ਵਿਚਾਰਨ ਦੀ, ਸੋਚਣ ਦੀ ਗੱਲ ਇਹ ਹੈ ਕਿ ਇਸ ਦਾ ਨਤੀਜਾ ਨਹੀਂ ਨਿਕਲਿਆ। ਪਰ ਹੁਣ ਜਦੋਂ ਸਕੋਰ ਸੈਟਲ ਕੀਤੇ ਜਾ ਰਹੇ ਨੇ ਕਿ ਇੱਕ ਪਾਸਿਓਂ ਜਦੋਂ ਬਿਆਨਬਾਜ਼ੀ ਤਿੱਖੀ ਹੋਈ ਤਾਂ ਦੂਜੇ ਪਾਸੇ ਸ਼ਿਕੰਜਾ ਜਿਹੜਾ ਫਸਿਆ ਗਿਆ,
ਖੈਰ ਇਹ ਤੇ ਵੀ ਆਪਾਂ ਅੱਗੇ ਗੱਲ ਕਰਾਂਗੇ ਜ਼ਰੂਰ ਕਿ ਨਵਜੋਤ ਸਿੰਘ ਸਿੱਧੂ ਦਾ ਜੋ ਜਿਸ ਤਰ੍ਹਾਂ ਵੀ ਲੜੀਵਾਰ ਚੱਲਦੀ ਆ ਰਹੀ। ਹਾਂਜੀ ਬਿਲਕੁਲ ਰਾਜੇਸ਼ ਜੀ, ਅਸੀਂ ਗੱਲ ਕਰ ਰਹੇ ਸੀਗੇ ਪ੍ਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਾਨਫਰੰਸ ਜਿਹੜੀ ਹੈ ਆਪਣੇ ਕੋਲ ਵੀ ਹੈਗੀ ਹੈ। ਪ੍ਰਗਟ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ, ਆਪਾਂ ਉਹ ਗੱਲਾਂ ਇੱਕ ਵਾਰੀ ਸੁਣ ਲੈਂਦੇ ਹਾਂ ਵੀ ਕੀ ਪ੍ਰਗਟ ਸਿੰਘ ਕਹਿ ਰਹੇ ਸੀਗੇ, ਤੇ ਫਿਰ ਗੱਲ ਕਰਦੇ ਹਾਂ ਵੀ ਸੁਨੀਲ ਜਾਖੜ ਦੇ ਵੱਲੋਂ ਜਿਹੜੀ ਹੁਣ ਸਫਾਈ ਦਿੱਤੀ ਜਾ ਰਹੀ ਹੈ ਉਹਦੇ ਮਾਇਨੇ ਆਖਿਰਕਾਰ ਕੀ ਕੱਢੇ ਜਾਣ। ਸੁਨੀਲ ਜਾਖੜ ਵੀ ਆਪਣੇ ਆਪ ਦੇ ਵਿੱਚ ਇੱਕ ਸੀਨੀਅਰ ਆਗੂ ਹੈਗੇ ਨੇ, ਤੇ ਉਹ ਜੇ ਬਿਆਨ ਦੇ ਰਹੇ ਨੇ ਤੇ ਉਸ ਬਿਆਨ ਦੇ ਕੀ ਮਾਇਨੇ ਕੱਢੇ ਜਾਣ। ਇੱਕ ਵਾਰੀ ਪ੍ਰਗਟ ਸਿੰਘ ਜਿਹੜਾ ਅੱਜ ਕਾਨਫਰੰਸ ਉਹਨਾਂ ਨੇ ਕੀਤੀ ਉਹ ਕਾਨਫਰੰਸ ਸੁਣ ਲੈਂਦੇ ਹਾਂ। ਅਸਲੀ ਗੱਲ ਹੈ ਕਿ ਮੈਨੂੰ ਵੀਰਵਾਰ ਰਾਤ ਨੂੰ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਕਿ ਮੈਨੂੰ ਸੀਐਮ ਸਾਹਿਬ ਨੇ ਇੱਕ ਮੈਸੇਜ ਦਿੱਤਾ ਤੇ ਉਹ ਮੈਸੇਜ ਮੈਂ ਤੈਨੂੰ ਦੇਣਾ, ਤੇ ਧਮਕੀ ਭਰਿਆ ਮੈਸੇਜ। ਮੈਂ ਉਹ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ, ਇਹਨੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ ਕਿ ਤੇਰੀਆਂ ਅਸੀਂ ਲਿਸਟਾਂ ਬਹੁਤ ਕੱਢ ਲਈਆਂ ਤੇ ਤੈਨੂੰ ਹੁਣ ਅਸੀਂ ਠੋਕਣਾ। ਪਹਿਲਾਂ ਤਾਂ ਸੱਚੀ ਗੱਲ ਆ ਕਿ ਮਹਿਸੂਸ ਬੜਾ ਹੋਇਆ ਵੀ ਅਸੀਂ ਕਿੱਧਰ ਨੂੰ ਤੁਰ ਪਏ। ਅਸਲੀ ਜਿਹੜੇ ਇਸ਼ੂ ਸੀ ਅਸੀਂ ਉਹ ਕਿੱਧਰ ਨੂੰ ਲੈ ਗਏ, ਕਿਉਂਕਿ ਕੋਵਿਡ ਦਾ ਸਮਾਂ, ਪੰਜਾਬ ਬੜੇ ਡਿਫਿਕਲਟ ਔਰ ਹਿੰਦੁਸਤਾਨ ਬੜੇ ਡਿਫਿਕਲਟ ਦੌਰ ਚੋਂ ਗੁਜ਼ਰ ਰਿਹਾ, ਤੇ ਉਸ ਦੌਰ ਦੇ ਵਿੱਚ ਇੱਕ ਚੀਫ ਮਿਨਿਸਟਰ ਆਪਣੇ ਪੋਲੀਟੀਕਲ ਸੈਕਟਰੀ ਰਾਹੀਂ ਇੱਕ ਐਮਐਲਏ ਨੂੰ ਇਹ ਸੁਨੇਹਾ ਦੇ ਰਿਹਾ ਭਈ ਤੂੰ ਤਿਆਰ ਹੋ ਜਾ, ਤੈਨੂੰ ਠੋਕਣਾ। ਮੈਂ ਕਿਹਾ ਫਿਰ ਤੂੰ ਇੱਕ ਮੇਰਾ ਸੁਨੇਹਾ ਦੇ ਸਕਦਾ? ਮੈਂ ਕਿਹਾ ਜੇ ਸੱਚ ਬੋਲਣ ਦੀ ਇਹ ਸਜ਼ਾ ਆ ਨਾ, ਜੇ ਅਸੀਂ ਬੇਅਦਬੀਆਂ ਦੀ ਕੋਈ ਗੱਲ ਕੀਤੀ ਆ, ਜੇ ਪਾਵਰ ਪਰਚੇਜ਼ ਐਗਰੀਮੈਂਟਸ ਦੀ ਰਿਵਿਊ ਕਰਨ ਦੀ ਗੱਲ ਕੀਤੀ ਆ, ਜੇ ਮਾਈਨਿੰਗ ਦੀ ਗੱਲ ਕੀਤੀ ਆ, ਜੇ ਐਕਸਾਈਜ਼ ਦੀ ਗੱਲ ਕੀਤੀ ਆ, ਤੇ ਉਹ ਕਾਹਦੇ ਲਈ ਕੀਤੀ ਆ? ਉਹ ਇਸ ਕਰਕੇ ਕੀਤੀ ਆ ਵੀ ਪੰਜਾਬ ਦੀ ਇਕਨੋਮੀ ਠੀਕ ਹੋ ਜਾਵੇ, ਪੰਜਾਬ ਦਾ ਸੋਸ਼ਲ ਕਲਚਰ ਠੀਕ ਹੋ ਜਾਵੇ। ਪੰਜਾਬ ਬੇਸਿਕਲੀ ਜਿਹੜਾ ਕਿਤੇ ਨਾ ਕਿਤੇ ਗੁਰੂਆਂ ਪੀਰਾਂ ਦੀ ਧਰਤੀ ਆ, ਉਹ ਕਿਸੇ ਵੀ ਧਰਮ ਨਾਲ ਕੋਈ ਵਿਤਕਰਾ ਹੁੰਦਾ, ਕਿਸੇ ਵੀ ਜਾਤ ਨਾਲ ਕੋਈ ਵਿਤਕਰਾ ਹੁੰਦਾ, ਕਿਉਂਕਿ ਸਾਡੀ ਫਿਲਾਸਫੀ ਉਹ ਆ। ਅਸੀਂ ਕੰਮ ਤਾਂ ਉਹਦੇ ਤੇ ਕਰਨਾ ਸੀ, ਕਿਉਂਕਿ 2 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਚਿੱਠੀ ਲਿਖੀ ਸੀ, ਤੇ ਲੇਕਿਨ ਜੇ ਉਹਦੀ ਕਿਹੜਿਆ, ਮੈਂ ਕਿਹਾ ਜਿੱਥੇ ਮਰਜੀ ਜਦੋਂ ਮਰਜੀ ਮੈਂ ਰੈਡੀ ਆ, ਮੈਂ ਬਿਲਕੁਲ ਤਿਆਰ ਆ ਇਸ ਕੰਮ ਲਈ। ਸਰਕਾਰ ਨੇ ਜੋ ਕਰਨਾ ਉਹ ਕਰ ਲਵੇ, ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਅਸਲੀ ਗੱਲ ਆ ਇਹ ਪੋਲਿਟਿਕਸ ਜਿਹੜੀ ਉਹ ਇੰਨੀ ਮਾੜੀ ਹੁੰਦੀ ਆ। ਰਾਜੇਸ਼ ਜੀ, ਪ੍ਰਗਟ ਸਿੰਘ ਨੇ ਤਾਂ ਗੱਲਾਂ ਜਿਹੜੀਆਂ ਨੇ ਠੀਕ ਹੈ ਉਹਨਾਂ ਨੇ ਕੀਤੀਆਂ ਵੀ ਬੇਅਦਬੀ ਦਾ ਮਾਮਲਾ ਚੁੱਕਣ ਦੀ ਜੇ ਸਜ਼ਾ ਤੇ ਅਸੀਂ ਭੁਗਤਣ ਦੇ ਲਈ ਤਿਆਰ ਹਾਂ। ਹੁਣ ਜਿਵੇਂ ਸੁਨੀਲ ਜਾਖੜ ਦੇ ਵੱਲੋਂ ਬਿਆਨ ਜਾਰੀ ਹੋ ਰਿਹਾ ਹੈ, ਬਿਆਨਬਾਜ਼ੀਆਂ ਦੇ ਦੌਰ ਦੇ ਵਿੱਚ ਇਹ ਗੱਲ ਉਲਝਦੀ ਜਾ ਰਹੀ ਹੈ। ਚਰਨਜੀਤ ਚੰਨੀ ਦੀ ਅਸੀਂ ਗੱਲ ਆਲਰੇਡੀ ਕਰ ਰਹੇ ਹਾਂ ਵੀ ਚਰਨਜੀਤ ਚੰਨੀ ਦਾ ਕੇਸ ਹੈ ਉਹ ਹੁਣ ਜਾ ਕੇ ਰੀਓਪਨ ਕੀਤਾ ਜਾ ਰਿਹਾ ਹੈ। ਮਹਿਲਾ ਕਮਿਸ਼ਨ ਦੇ ਵੱਲੋਂ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਵੀ ਸਾਰੀਆਂ ਪਾਵਰਾਂ ਉਹਨਾਂ ਦੇ ਹੱਥ ਦੇ ਵਿੱਚ ਹੈ, ਇੰਨੀ ਵੀ ਪਾਵਰ ਹੈ ਵੀ ਉਹ ਸਰਕਾਰ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰ ਸਕਦੇ ਨੇ। ਤੇ ਜੇ ਇੰਨੀ ਪਾਵਰ ਹੈ ਤੇ ਇਹ ਪਾਵਰ 3 ਸਾਲ ਤੱਕ ਕਿਉਂ ਰੁਕੀ ਰਹੀ, ਇਹ ਉਦੋਂ ਯੂਜ਼ ਕਿਉਂ ਨਹੀਂ ਕੀਤੀ ਗਈ? ਸੈਕਿੰਡ ਥਿੰਗ, ਉਹਨਾਂ ਨੂੰ ਇਹ ਸਵਾਲ ਕੀਤਾ ਸੀਗਾ ਕਿ ਤੁਸੀਂ ਜਿਹੜਾ ਤੁਹਾਡੇ ਹੱਥ ਕਿਸੇ ਨੇ ਬੰਨੇ ਸੀਗੇ, ਕਿਸੇ ਨੇ ਰੋਕਿਆ ਸੀ, ਤਾਂ ਉਹ ਖੁੱਲ੍ਹ ਕੇ ਇਸ ਤੇ ਬੋਲ ਨਹੀਂ ਰਹੇ। ਉਹ ਸਿਰਫ ਸਰਕਾਰ ਦੇ ਸਪਸ਼ਟੀਕਰਨ ਤੇ ਆ ਰਹੇ ਨੇ, ਪਰ ਖੁੱਲ੍ਹ ਕੇ ਅਜੇ ਉਹ ਕੋਈ ਨਾਮ ਨਹੀਂ ਲੈ ਰਹੇ। ਕੋਈ ਸਰਕਾਰ ਦੇ ਵੱਲੋਂ ਕਿਸੇ ਵੀ ਮਤਲਬ ਸ਼ਖਸ ਦਾ ਉਹਨਾਂ ਦੇ ਵੱਲੋਂ ਨਾਮ ਨਹੀਂ ਲਿਆ ਗਿਆ, ਨਾ ਹੀ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਉਹ ਗੱਲ ਕਰ ਰਹੇ ਨੇ। ਹਰ ਗੱਲ ਤੋਂ ਭੱਜਦੇ ਨਜ਼ਰ ਆਏ ਨੇ, ਪਰ ਸਿਰਫ ਔਰ ਸਿਰਫ ਸਰਕਾਰ ਦੇ ਖਿਲਾਫ ਸਪਸ਼ਟੀਕਰਨ ਦੀ ਮੰਗ ਕਰ ਰਹੇ ਨੇ। ਇੱਕ ਮਹਿਲਾ ਕਮਿਸ਼ਨ ਦੇ ਰੋਲ ਨੂੰ ਇੱਥੇ ਰਾਜੇਸ਼ ਜੀ ਕਿਵੇਂ ਸਮਝਿਆ ਜਾਏ? ਮਹਿਲਾ ਕਮਿਸ਼ਨ ਦਾ ਜਿਹੜਾ ਰੋਲ ਹੈ ਚੇਅਰਪਰਸਨ ਦਾ, ਕਿ ਉਹ ਆਪਣੇ ਆਪ ਦੇ ਵਿੱਚ ਸਹੀ ਹੈ, ਉਹ ਠੀਕ ਕਰ ਰਹੇ ਨੇ? ਬੇਸ਼ੱਕ 3 ਸਾਲ ਬਾਅਦ ਹੀ ਫਾਈਲ ਜਿਹੜੀ ਹੈ ਖੋਲੀ ਗਈ ਹੈ ਦੁਬਾਰਾ। ਦੇਖੋ, ਬਿਲਕੁਲ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਮਹਿਲਾ ਕਮਿਸ਼ਨ ਦਾ ਜਿਸ ਵੇਲੇ ਇਹ ਪੂਰੇ ਮਾਮਲੇ ਨੂੰ ਸੋ ਮੋਟੋ ਲਿਆ ਗਿਆ, ਉਸ ਤੋਂ ਬਾਅਦ ਜਿਹੜੀ ਕਾਰਵਾਈ ਨਜ਼ਾਰਤ ਰਹੀ, ਕਾਰਵਾਈ ਨਹੀਂ ਹੋਈ। ਇਹੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ ਕਿ ਉਸ ਵੇਲੇ ਕਾਰਵਾਈ ਨਹੀਂ ਹੋਣਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਸੀ ਕਿ ਇਹ ਮਾਮਲਾ ਜਿਹੜਾ ਹੈ ਉਹ ਸੌਰਟ ਆਊਟ ਹੋ ਗਿਆ ਹੈ, ਇਹ ਮਾਮਲਾ ਜਿਹੜਾ ਹੈ ਖਤਮ ਹੋ ਗਿਆ ਹੁਣ ਮਾਮਲਾ। ਜੇ ਤੁਸੀਂ ਇੰਨੀ ਪਾਵਰ ਸੀ ਤੁਹਾਡੇ ਕੋਲ, ਇੰਨਾ ਕੁਛ ਹੈਗਾ ਸੀ, ਤੇ ਤੁਸੀਂ ਉਸ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ
ਤੁਸੀਂ ਕਿਵੇਂ ਮੰਨ ਕੇ 3 ਸਾਲ ਚੁੱਪ ਕੀਤੇ ਰਹੇ, 3 ਸਾਲ ਕਿਵੇਂ ਬੈਠੇ ਰਹੇ। ਇਸ ਦੌਰਾਨ ਨਾ ਤੁਸੀਂ ਕੋਈ ਸਮਨਿੰਗ ਕੀਤੀ, ਨਾ ਕਿਸੇ ਕਾਨੂੰਨੀ ਚਾਰਾਜੋਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ, ਤੇ ਕੀਤਾ ਕੀ, ਕੁਝ ਵੀ ਨਹੀਂ ਕੀਤਾ। ਤਾਂ ਹੁਣ ਜਦੋਂ ਕਿ ਆ ਕੁਝ ਹੋ ਰਿਹਾ, ਦੇਖੋ ਇਹ ਜ਼ਾਹਿਰ ਤੌਰ ਤੇ ਇੱਕ ਸਪੈਸੀਫਿਕ ਲਾਈਨ ਦੇ ਉੱਤੇ, ਦੇਖੋ ਕਾਨੂੰਨ ਦੇ ਵਿੱਚ ਹੁੰਦਾ ਇੱਕ ਲਾਅ ਪੁਆਇੰਟ ਹੁੰਦਾ ਹੈ ਔਰ ਲੀਗਲ ਪਹਿਲੂ ਤੋਂ ਤਰਫ ਦੇਖਿਆ ਜਾਂਦਾ ਹੈ ਕਿ ਇਹ ਲੀਗਲ ਪਹਿਲੂ ਕੀ ਹੈ ਇਸ ਚੀਜ਼ ਦਾ। ਪਰ ਇਸ ਮਾਮਲੇ ਦੇ ਵਿੱਚ ਹੁਣ ਮੈਡਮ ਮਨੀਸ਼ਾ ਗੁਲਾਟੀ ਜਿਹੜੇ ਨੇ ਉਹ ਸਿਰਫ ਇੱਕ ਗੱਲ ਤੇ ਅੜੇ ਹੋਏ ਨੇ ਕਿ ਸਰਕਾਰ ਦੇ ਕੋਲ ਸਪਸ਼ਟੀਕਰਨ ਮੰਗਿਆ ਗਿਆ, ਸਰਕਾਰ ਦੱਸੇ, ਸਰਕਾਰ ਇਸ ਦੇ ਬਾਰੇ ਦੱਸੇ ਕਿ ਜੇ ਇਹ ਮਾਮਲਾ ਜਿਹੜਾ ਸੌਰਟ ਹੋ ਗਿਆ ਸੀਗਾ ਤੇ ਉਹਦਾ ਰਿਟਰਨ ਕਿੱਥੇ ਆ, ਕਿੱਥੇ ਉਹਨਾਂ ਨੇ ਮਾਫੀ ਮੰਗੀ, ਕੀ ਹੋਇਆ ਸਾਰਾ ਕੁਝ। ਦੇਖੋ ਜੇ ਸਰਕਾਰ ਨੇ ਕਿਹਾ ਹੈ ਕਿ ਤੁਸੀਂ ਇੰਨੀ ਕੁ ਗੱਲ ਸਾਡੇ ਕੋਲ ਪੁੱਛ ਲਓ, ਅੱਗੋਂ ਅਸੀਂ ਆਪ ਹੀ ਚਲਾ ਲਾਂਗੇ, ਅੱਗੋਂ ਅਸੀਂ ਆਪ ਹੀ ਜਿਹੜੀ ਚੇਨ ਆ ਤੋੜ ਲਾਂਗੇ, ਅੱਗੋਂ ਕਿਵੇਂ ਬਾਹਰ ਮੁੜਨੀ ਹੈ ਚਰਨਜੀਤ ਚੰਨੀ ਨੂੰ ਉਹ ਅਸੀਂ ਦੇਖ ਲਾਂਗੇ। ਬਿਲਕੁਲ, ਤੇ ਚੰਨੀ ਨੂੰ ਜਿਹੜਾ ਕਿਵੇਂ ਭੇਟ ਕਹਿ ਦਿੰਦੇ ਨਾ ਕਿ ਵੀ ਬਲੀ ਦਾ ਬੱਕਰਾ ਵੀ ਬਣਾਉਣਾ, ਤੇ ਉਹ ਇੱਕ ਕਹਾਵਤ ਹੈ ਰਾਜੇਸ਼ ਜੀ, ਵੀ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ। ਇਹ ਸਾਰਾ ਉਹ ਸੀਨ ਚੱਲ ਰਿਹਾ ਹੈ, ਸ਼ਾਇਦ ਇਹਦੇ ਪਿੱਛੇ ਸਾਰੀ ਇਹੀ ਮਨਸ਼ਾ ਨਜ਼ਰ ਆ ਰਹੀ ਹੈ। ਦੇਖੋ ਬਿਲਕੁਲ, ਕਿਉਂਕਿ ਇਹ ਦੇਖੋ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਲੈ ਲਓ, ਹਨਾ, ਨਵਜੋਤ ਸਿੰਘ ਸਿੱਧੂ ਤੇ ਇਹ ਜਿਹੜਾ ਮਾਮਲਾ, ਜਿਹੜੇ ਮਾਮਲਾਤ ਜਿਹੜੇ ਦਰਜ ਕੀਤੇ ਜਾ ਰਹੇ ਨੇ, ਮਾਮਲਾਤ ਦੀ ਜਿਹੜੀ ਤਹਿਕੀਕਾਤ ਕੀਤੀ, ਜਿਹੜੀ ਪੂਰੀ ਫਾਈਲ ਤਿਆਰ ਕੀਤੀ ਗਈ ਹੈ, ਇਹ ਮਾਮਲੇ ਅੱਜ ਤੇ ਥੋੜੀ ਚੱਲਦੇ ਨੇ, ਇਹ 2-2.5 ਸਾਲ ਹੋ ਗਏ ਜਿਹੜੇ ਕਿ ਮਾਮਲੇ ਲਗਾਤਾਰ ਚੱਲ ਰਹੇ ਨੇ। ਔਰ ਅਸੀਂ ਇੱਥੇ ਅਕਸਰ ਅੰਮ੍ਰਿਤਸਰ ਦੇਖਦੇ ਹਾਂ ਕਿ ਜਦੋਂ ਨਵਜੋਤ ਸਿੰਘ ਸਿੱਧੂ ਕੋਈ ਉਲਟਾ ਸਿੱਧਾ ਬਿਆਨ ਦੇ ਦਿੰਦੇ ਨੇ, ਉਦੋਂ ਹੀ ਇੱਕ ਟੀਮ ਬਿਜ਼ਨਸ ਦੀ ਤਿਆਰ ਹੁੰਦੀ ਹੈ ਔਰ ਟੀਮ ਸਿੱਧੀ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਪਹੁੰਚਦੀ ਹੈ, ਸਿੱਧੀ ਕਾਰਪੋਰੇਸ਼ਨ ਪਹੁੰਚਦੀ ਹੈ ਔਰ ਇੱਥੇ ਆ ਕੇ ਰੌਲਾ ਰੱਪਾ ਸਾਰਾ ਬਸ ਐਵੇਂ ਸਾਰਾ ਦਫ਼ਤਰ ਜਿਹੜਾ ਉਲਟਾ ਸਿੱਧਾ ਕਰ ਦਿੰਦੇ ਆ। ਔਰ ਇਹ ਜਿਹੜੀ ਲਗਾਤਾਰ ਚੱਲਦੀ ਹੈ ਚੀਜ਼। ਔਰ ਜਦੋਂ ਨਵਜੋਤ ਸਿੰਘ ਸਿੱਧੂ ਚੁੱਪ ਕਰਕੇ ਬਹਿ ਗਿਆ, ਉਸ ਤੋਂ ਬਾਅਦ ਉਹ ਖਤਮ, ਉਸ ਤੋਂ ਬਾਅਦ ਕੋਈ ਗੱਲ ਨਹੀਂ। ਇਹ ਸਮਾਂ ਜਿਹੜਾ ਇਸੇ ਤਰੀਕੇ ਨਾਲ ਲੰਘਦਾ ਗਿਆ ਤੇ ਕੋਈ ਕਾਰਵਾਈ ਜਿਹੜੀ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਇਹ ਵੀ ਤਾਂ ਇਹੀ ਹੈ ਕਿ ਇੱਕ ਡਰਾਉਣ ਵਾਲੇ ਜਿਹੜੇ ਦੰਦ ਸੀਗੇ ਉਹ ਦਿਖਾਏ ਜਾ ਰਹੇ ਸੀਗੇ ਨਵਜੋਤ ਸਿੰਘ ਸਿੱਧੂ ਨੂੰ, ਵੀ ਜੇ ਤੂੰ ਇਸ ਤੋਂ ਵੱਧਦਾ, ਇਸ ਤੋਂ ਗਾਹ ਅੱਗੇ ਵੱਧਦਾ ਤਾਂ ਸਾਡੇ ਕੋਲ ਆ ਹੈਗਾ, ਤੇਰੀ ਫਾਈਲ ਤਿਆਰ ਕੀਤੀ ਹੋਈ ਹੈ। ਇਹ ਜਿਹੜੀ ਨੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਇਹ ਲੋਕਾਂ ਨੂੰ ਖਲ ਰਹੀ ਹੈ ਸਭ ਤੋਂ ਵੱਡੀ। ਜੇ ਤੁਹਾਡੇ ਕੋਲ ਕੁਝ ਹੈਗਾ ਵਾ, ਤੁਸੀਂ ਕਾਰਵਾਈ ਤੋਂ ਕਿਉਂ ਗੁਰੇਜ਼ ਕਰਦੇ ਰਹੇ, ਕਿਉਂ ਨਹੀਂ ਕਾਰਵਾਈ ਕੀਤੀ ਗਈ? ਇੱਕ ਵਿਅਕਤੀ ਜਿਹੜਾ ਹੈ ਉਹ ਟੰਮਣੇ ਤੇ ਚੜ ਕੇ, ਕੋਠੇ ਤੇ ਚੜ ਕੇ ਰੌਲਾ ਪਾ ਰਿਹਾ ਕਿ ਇਹ ਸਰਕਾਰ ਦੇ ਵਿੱਚ ਆਹ ਕੁਝ ਹੋ ਰਿਹਾ, ਇਹ ਹੋ ਰਿਹਾ, ਇਹ ਹੋ ਰਿਹਾ। ਤੇ ਜੇ ਤੁਹਾਡੇ ਕੋਲ ਕੁਝ ਹੈਗਾ, ਤੁਹਾਡੇ ਕੋਲ ਡਾਕੂਮੈਂਟਸ ਹੈਗੇ ਬਲੈਕ ਐਂਡ ਵਾਈਟ, ਤੁਹਾਡੇ ਕੋਲ ਕੁਝ ਹੈਗਾ, ਤੇ ਤੁਸੀਂ ਕਿਉਂ ਨਹੀਂ ਉਸ ਨੂੰ ਜਨਤਕ ਕਰਦੇ, ਜਾਂ ਉਸ ਨੂੰ ਕਿਉਂ ਨਹੀਂ ਹੁਣ ਤੱਕ ਕਾਰਵਾਈ ਕੀਤੀ ਗਈ, ਕਿਉਂ ਨਹੀਂ ਇਸ ਨੂੰ ਅਮਲੀ ਜਾਮਾ ਬਣਾ ਕੇ, ਕਾਨੂੰਨੀ ਜਾਮਾ ਬਣਾ ਕੇ ਨਵਜੋਤ ਸਿੰਘ ਸਿੱਧੂ ਤੇ ਜਿਹੜੀ ਬਣਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਉਹਦੇ ਜਿਹੜੇ ਖੈਰਖਵਾਹ ਨੇ ਔਰ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਚੇਂਜ ਆਫ ਲੈਂਡ ਯੂਜ਼ ਦੇ ਨਾਂ ਤੇ ਜਾਂ ਬਦਲੀਆਂ ਕਰਾਉਣ ਦੇ ਨਾਂ ਤੇ ਜਾਂ ਹੋਰ ਕਈ ਤਰ੍ਹਾਂ ਦੇ ਘੁਟਾਲੇ ਵਰਤ ਕੇ ਜਿਹੜਾ ਕਰੋੜਾਂ ਰੁਪਈਆ ਜਿਹੜਾ ਖੁਰਦ ਕੀਤਾ ਗਿਆ, ਉਸ ਸਬੰਧ ਦੇ ਵਿੱਚ ਤੁਸੀਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ? ਹੁਣ ਇਹੀ ਟਾਈਮ, ਇਹੀ ਸਵਾਲ ਜਿਹੜਾ ਹੈ ਉਹ ਵਿਜੀਲੈਂਸ ਬਿਊਰੋ ਕੋਲ ਹੈ, ਇਹੀ ਸਵਾਲ ਜਿਹੜਾ ਉਹ ਮੈਡਮ ਮਨੀਸ਼ਾ ਗੁਲਾਟੀ ਕੋਲ ਹੈ, ਤੇ ਇਹੀ ਸਵਾਲ ਜਿਹੜਾ ਵਾ ਉਹ ਇਸ ਵੇਲੇ ਜਿਹੜੇ ਪੋਲੀਟੀਕਲ ਸੈਕਟਰੀ ਨੇ ਸੰਦੀਪ ਸੰਧੂ ਉਹਨਾਂ ਕੋਲ ਹੈ ਕਿ ਇਹ ਇਸ ਵੇਲੇ ਕਿਉਂ ਹੋ ਰਿਹਾ ਇੱਕਦਮ, ਕਿਉਂ? ਔਰ ਉਹੀ ਵਿਅਕਤੀ ਟਾਰਗੇਟ ਹੋ ਰਹੇ ਨੇ ਜਿਹੜੇ ਲਗਾਤਾਰ ਮੀਟਿੰਗਾਂ ਕਰ ਰਹੇ ਸੀ, ਔਰ ਹੁਣ ਜਿਹੜਾ ਟਾਰਗੇਟ ਉਸ ਵਿਅਕਤੀ ਨੂੰ ਕੀਤਾ ਗਿਆ ਜਿਹਨੂੰ ਸਾਰੀ ਇਸ ਫਿਲਮ ਦਾ ਸੂਤਰਧਾਰ ਮੰਨਿਆ ਜਾ ਰਿਹਾ ਕਿ ਉਹੀ ਮੀਟਿੰਗਾਂ ਕਰਵਾ ਰਹੇ ਸੀ ਕਿ ਕਦੀ ਨਵਜੋਤ ਸਿੰਘ ਸਿੱਧੂ ਨਾਲ, ਕਦੀ ਸੁਖਜਿੰਦਰ ਰੰਧਾਵਾ ਨਾਲ, ਜਾਂ ਜਿੰਨੇ ਵੀ ਸਾਰੇ ਲੀਡਰ ਨੇ ਡਿਸੀਡੈਂਟ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਸਾਰੇ ਉਹਦਾ ਤਾਨਾ ਬਾਨਾ ਜਿਹੜੇ ਬੋਲਦੇ ਸੀ। ਜੀ ਇੱਕ ਕਾਲਰ ਵੀ ਆਪਣੇ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ? ਸਰ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਰਹੀ ਜੀ। ਰਾਜੇਸ਼ ਜੀ, ਖੈਰ ਅਸੀਂ ਗੱਲ ਕਰ ਰਹੇ ਸੀ ਜਿਸ ਇੱਕ ਮਹਿਲਾ ਕਮਿਸ਼ਨ ਦੇ ਕੋਲ ਇੰਨੀਆਂ ਪਾਵਰ ਹੋਣ ਦੇ ਬਾਵਜੂਦ ਮਹਿਲਾ ਕਮਿਸ਼ਨ ਨੂੰ ਭੁੱਖ ਹੜਤਾਲ ਤੇ ਬਹਿਣਾ ਪੈ ਰਿਹਾ। ਇੰਨੀ ਜ਼ਿਆਦਾ ਸਖਤੀ, ਇੱਕਦਮ ਇੰਨੀ ਜ਼ਿਆਦਾ ਸਖਤੀ, ਵੀ ਇਹ ਪਹਿਲਾਂ ਵੀ ਸਖਤੀ ਕੀਤੀ ਜਾ ਸਕਦੀ ਸੀ ਪਰ ਉਸ ਦੌਰਾਨ ਤੇ ਇਹ ਸਖਤੀ ਨਹੀਂ ਕੀਤੀ ਗਈ। ਖੈਰ ਹੁਣ ਜਦੋਂ ਇਹ ਸਖਤੀ ਕਰਨ ਦੀ ਗੱਲ ਕਹੀ ਜਾ ਰਹੀ ਹੈ ਤਾਂ ਚਰਨਜੀਤ ਚੰਨੀ ਤਾਂ ਜ਼ਰੂਰ ਕਿਸੇ ਨਾ ਕਿਸੇ ਭੇਟ ਚੜਨਗੇ। ਹੁਣ ਕੀ ਲੱਗਦਾ ਹੈ ਅੱਗੇ ਵਾਲਾ ਜਿਹੜਾ ਮਸਲਾ ਸ਼ੁਰੂ ਹੋਣ ਲੱਗਿਆ, ਹੁਣ ਇਹ ਆ ਵੀ ਕਿਤੇ ਨਾ ਕਿਤੇ ਪ੍ਰਗਟ ਸਿੰਘ ਤੇ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰੀ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਫਿਰ ਬਣੇਗੀ, ਨਵੀਂ ਪਾਰਟੀ ਬਣਾਉਣਗੇ? ਦੇਖੋ ਪਾਰਟੀ ਦੀ ਗੱਲ ਤਾਂ ਬਾਤ ਦੀ ਹੈ ਕਿਉਂਕਿ ਇਲੈਕਸ਼ਨ ਜਿਹੜੇ ਆ ਉਹ ਬਿਲਕੁਲ ਲੱਗੇ ਨੇ। ਹੁਣ ਨਵੀਂ ਪਾਰਟੀ ਫਲੋਟ ਕਰਕੇ ਉਸ ਨੂੰ ਉਸ ਲੈਵਲ ਤੇ ਪਹੁੰਚਾਉਣਾ ਕਿ ਤੁਸੀਂ ਇਲੈਕਸ਼ਨ ਜਿੱਤਣ ਦੇ ਕਾਬਿਲ ਬਣ ਜਾਓ, ਉਹ ਬੜਾ ਔਖਾ ਹੈ ਇਸ ਵੇਲੇ। ਕਿਉਂਕਿ ਪਾਰਟੀਆਂ ਤੇ ਇਹ ਜਿਹੜੇ ਲੀਡਰ ਨੇ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ,
ਬੈਂਸ ਸਾਹਿਬ ਜਾਂ ਹੋਰ ਜਿੰਨੇ ਵੀ ਨੇ ਇਹਨਾਂ ਵੱਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਮਤਲਬ ਪਾਰਟੀਆਂ ਬਣਾਉਂਦੀਆਂ, ਪਰ ਉਹ ਨਹੀਂ ਬਣ ਸਕੀਆਂ, ਸਿਰੇ ਨਹੀਂ ਚੜ ਸਕੀਆਂ, ਉਹ ਚੜ ਵੀ ਨਹੀਂ ਸਕਦੀਆਂ ਜਿਸ ਤਰ੍ਹਾਂ ਦੀ ਤਰਬੀਅਤ ਦੇ ਮਾਲਕ ਇਹ ਲੋਕ ਨੇ। ਦੂਸਰਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਇੱਕ ਦੇਖੋ ਇੱਕ ਬੜੀ ਵਧੀਆ ਗੱਲ ਕੀਤੀ ਤੁਸੀਂ, ਉਹ ਗੱਲ ਕਿਸੇ ਨੇ ਨਹੀਂ ਉਸ ਗੱਲ ਤੇ ਗੌਰ ਕੀਤਾ ਕਿ ਵਾਰ-ਵਾਰ ਹੁਣ ਜਿੰਨਾ ਕਿ ਸਰਜੀਕਲ ਆਪਰੇਸ਼ਨ ਕੀਤਾ ਹੈ, ਇਹ ਆਮ ਮੀਡੀਆ ਦੇ ਵਿੱਚ ਇਹ ਗੱਲਾਂ ਨਹੀਂ ਆਈਆਂ ਜਿਹੜੀਆਂ ਮਨੀਸ਼ਾ ਗੁਲਾਟੀ ਮੈਡਮ ਦੇ ਬਿਆਨ ਦੀਆਂ ਗੱਲਾਂ ਆਪਾਂ ਕਰਦੇ ਹਾਂ। ਇਹ ਵਾਰ-ਵਾਰ ਇੱਕ ਗੱਲ ਕਹੀ ਗਈ ਕਿ ਮੈਂ ਭੁੱਖ ਹੜਤਾਲ ਤੇ ਬੈਠਾਂਗੀ। ਦੇਖੋ ਯੂ ਆਰ ਏ ਕੋਰਟ, ਠੀਕ ਹੈ, ਤੁਸੀਂ ਇੱਕ ਅਦਾਲਤ ਹੋ, ਆਪਣੇ ਆਪ ਦੇ ਵਿੱਚ ਤੁਹਾਨੂੰ ਇੱਕ ਆਟੋਨੋਮਸ ਬੋਡੀ ਹੈ, ਤੁਹਾਨੂੰ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਨੇ। ਜੇ ਤੁਹਾਨੂੰ ਹੀ ਭੁੱਖ ਹੜਤਾਲ ਤੇ ਬਹਿਣਾ ਪਊਗਾ ਤੇ ਫਿਰ ਆਮ ਲੋਕਾਂ ਦਾ ਕੀ ਹੋਏਗਾ? ਇਹ ਉਹ ਦੇਸ਼ ਆ ਜਿਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਜਿਹੜੇ ਸੁਪਰੀਮ ਕੋਰਟ ਦੇ ਜੱਜਿਸ ਨੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਲੋਕੀ ਦੇਖ ਰਹੇ ਸੀਗੇ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੇ ਔਰ ਉਹਨਾਂ ਨੇ ਖੁਦ ਸਿਸਟਮ ਤੇ ਸਵਾਲ ਚੁੱਕੇ। ਇਹ ਉਹ ਦੇਸ਼ ਹੈ। ਇਸ ਦੇ ਉੱਤੇ ਜੇ ਕੋਰਟ ਕੋਈ ਭੁੱਖ ਹੜਤਾਲ ਤੇ ਬਹਿ ਵੀ ਜਾਏਗੀ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਅਤਕਥ ਨਹੀਂ ਹੋਏਗੀ, ਇਹ ਵੀ ਨਹੀਂ ਕਹਿ ਸਕਦੇ। ਪਰ ਗੱਲ ਇਹ ਹੈ ਕਿ ਜੇ ਤੁਹਾਡੇ ਕੋਲ ਇੰਨੀਆਂ ਪਾਵਰਾਂ ਹੈਗੀਆਂ ਨੇ, ਤੁਸੀਂ ਸਰਕਾਰ ਨੂੰ ਸਵਾਲ ਕਰ ਸਕਦੇ ਹੋ, ਸਰਕਾਰ ਨੂੰ ਕਟਘਰੇ ਦੇ ਵਿੱਚ ਖੜਾ ਕਰ ਸਕਦੇ ਹੋ। ਸਰਕਾਰ ਵਾਸਤੇ ਕੋਈ ਵੀ ਦੇਖੋ ਸਰਕਾਰ ਦੇ ਵਿੱਚ ਜਿਹੜੇ ਸਜ਼ਾ ਇਹ ਨਹੀਂ ਹੁੰਦੀ ਕਿ ਤੁਸੀਂ ਸਰਕਾਰ ਹੈ ਜਿਹੜੀ ਆ ਜਾਂ ਪੂਰੀ ਪਾਰਲੀਮੈਂਟ ਨੂੰ ਜਾਂ ਪੂਰੀ ਵਿਧਾਨ ਸਭਾ ਨੂੰ ਤੁਸੀਂ ਫਾਂਸੀ ਤੇ ਟੰਗ ਦੋਗੇ ਜਾਂ ਕੋਈ ਅਜਿਹਾ ਜਿਹੜਾ ਉਹ ਰੂਲ ਪਾਸ ਕਰ ਦੋਗੇ ਜਾਂ ਕੁਝ ਕਰ ਦੋਗੇ, ਇਹ ਨਹੀਂ ਹੁੰਦਾ। ਪਰ ਇਹ ਜ਼ਰੂਰ ਹੁੰਦਾ ਹੈ ਕਿ ਤੁਸੀਂ ਅਜਿਹੀ ਕੋਈ ਲੈਂਡਮਾਰਕ ਜਜਮੈਂਟ ਦੇ ਦਿੰਦੇ ਹੋ ਜਿਸ ਦੇ ਵਿੱਚ ਅਜਿਹੀਆਂ ਚੀਜ਼ਾਂ ਵਾਰ-ਵਾਰ ਨਹੀਂ ਹੁੰਦੀਆਂ, ਜਾਂ ਉਸ ਦੇ ਵਾਸਤੇ ਇੱਕ ਅਜਿਹਾ ਤਰੀਕਾਕਾਰ ਇਖਤਿਆਰ ਕਰ ਦਿੰਦੇ ਹੋ ਕਿ ਜਿਸ ਦੇ ਨਾਲ ਇਹ ਹੋ ਜਾਂਦਾ ਹੈ ਕਿ ਜਿਨੇ ਕਿਸੇ ਨੇ ਜ਼ੁਲਮ ਕੀਤਾ ਹੈ ਜਾਂ ਜਿਨੇ ਕਿਸੇ ਨੇ ਗਲਤ ਕੰਮ ਕੀਤਾ ਹੈ ਉਸ ਦੀ ਜਵਾਬਦੇਹੀ ਜ਼ਰੂਰ ਫਿਕਸ ਹੋ ਜਾਂਦੀ ਹੈ। ਇੱਕ ਵਾਰੀ ਉਹਨੂੰ ਜਨਤਾ ਸਾਹਮਣੇ, ਲੋਕਾਂ ਸਾਹਮਣੇ, ਅਦਾਲਤ ਸਾਹਮਣੇ ਜਵਾਬ ਜ਼ਰੂਰ ਦੇਣਾ ਪੈ ਜਾਂਦਾ ਹੈ। ਇਹ ਗੱਲ ਜਿਹੜੀ ਹੈ ਜੇ ਇਹ ਪਹਿਲੋਂ ਕਿਤੇ ਹੋ ਜਾਂਦੀ ਹੈ ਆਪਣੀ ਪਾਵਰ ਨੂੰ ਪਛਾਣਦਿਆਂ, ਤਾਂ ਅੱਜ ਇਹ ਪੰਗਾ ਨਹੀਂ ਪੈਣਾ। ਔਰ ਇਸ ਦੇ ਪੋਲੀਟੀਕਲ ਮਤਲਬ ਜਿਹੜੇ ਅੱਜ ਕੱਢੇ ਜਾ ਰਹੇ ਨੇ, ਹੁਣ ਕੱਢੇ ਜਾ ਰਹੇ ਨੇ, ਉਹ ਨਹੀਂ ਸੀ ਕਰਦੇ ਹੋਣਾ। ਅਸੀਂ ਬੈਠ ਕੇ ਇਸ ਦੇ ਬਾਰੇ ਇਹ ਗੱਲ ਨਹੀਂ ਸੀ ਕਰਦੇ ਹੋਣਾ ਕਿ ਇਸ ਟਾਈਮ ਦੇ ਉੱਤੇ ਜਿਹੜਾ ਡਿਸੀਜਨ ਲਿਆ ਗਿਆ ਹੈ ਕੋਰਟ ਵੱਲੋਂ ਸਰਕਾਰ ਨੂੰ, ਇਹ ਜਿਹੜੀ ਸਮਨਿੰਗ ਜੇ ਪਹਿਲਾਂ ਹੀ ਹੋ ਜਾਂਦੀ, ਪਹਿਲਾਂ ਹੀ ਸਾਰਾ ਜਿਹੜੀ ਕਾਨੂੰਨੀ ਤਰੀਕਾਕਾਰ ਨੂੰ ਇਖਤਿਆਰ ਕਰ ਲਿਆ ਜਾਂਦਾ, ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਸੀ। ਤੇ ਮਤਲਬ ਇਹੀ ਹੈ ਸਾਫ਼ ਕਿ ਹਰ ਚੀਜ਼ ਦਾ ਜਿਹੜਾ ਹੈ ਉਹ ਸਿਆਸੀਕਰਨ ਹੋ ਰਿਹਾ ਹੈ, ਉਹ ਮਾੜੀ ਚੀਜ਼ ਹੈ। ਜਿੰਨੇ ਵੀ ਅਸੀਂ ਗਵਰਨਮੈਂਟ ਦੇ ਟੂਲਸ ਨੇ, ਜਿੰਨੀਆਂ ਵੀ ਚੀਜ਼ਾਂ ਹੋ ਰਹੀਆਂ ਨੇ, ਕਿਉਂਕਿ 2022 ਸਾਰਿਆਂ ਨੂੰ ਨਜ਼ਰ ਆ ਰਿਹਾ, ਭਾਵੇਂ ਉਹ ਸੁਖਬੀਰ ਬਾਦਲ ਹੋਣ, ਭਾਵੇਂ ਨਵਜੋਤ ਸਿੰਘ ਸਿੱਧੂ ਹੋਏ, ਭਾਵੇਂ ਚਰਨਜੀਤ ਚੰਨੀ ਹੋਏ, ਭਾਵੇਂ ਸੁਖਜਿੰਦਰ ਰੰਧਾਵਾ ਹੋਏ, ਕੈਪਟਨ ਅਮਰਿੰਦਰ ਸਿੰਘ ਹੋਏ, ਜਿੰਨੇ ਵੀ ਲੀਡਰ ਨੇ ਸਾਰਿਆਂ ਨੂੰ 2022 ਨਜ਼ਰ ਆ ਰਿਹਾ ਇਸ ਵੇਲੇ। ਔਰ ਸਭ ਤੋਂ ਵੱਡੀ ਗੱਲ ਕਿ ਅਸੀਂ ਕਹਿ ਸਕਦੇ ਹਾਂ ਕਿ ਹਮਾਮ ਦੇ ਵਿੱਚ ਸਾਰੇ ਰੰਗੇ ਨੇ, ਇਹ ਕੋਈ ਵੀ ਨਹੀਂ ਇਹ ਕਹਿ ਸਕਦਾ ਕਿ ਸਾਫ਼ ਸੁਥਰਾ ਦੁੱਧ ਦਾ ਤੁਲਿਆ ਹੋਇਆ। ਸਾਰੇ ਆਪਣੇ ਸਿਆਸੀ ਸਕੋਰ ਜਾਂ ਤਾਂ ਸੈਟਲ ਕਰਦੇ ਨੇ ਜਾਂ ਕੀ ਕਰਦੇ ਨੇ, ਆਪਣੇ ਸਿਆਸੀ ਐਂਡ ਜਿਹੜੇ ਨੇ ਉਹਨਾਂ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਸਾਰੀ ਜਿਹੜੀ ਚੀਜ਼ ਚੱਲਦੀ ਉਹਦੇ ਪਿੱਛੇ ਚੱਲਦੀ ਹੈ। ਔਰ ਇਸੇ ਕਰਕੇ ਜਿਹੜਾ ਜਿੰਨੇ ਵੀ ਜਿਹੜੇ ਸਭ ਤੋਂ ਵੱਡਾ ਬੇਅਦਬੀ ਕਾਂਡ ਜਿਹੜਾ ਹੋਇਆ ਹੈ, ਜਿਸ ਦੇ ਆਲੇ ਦੁਆਲੇ ਸਿਆਸਤ ਘੁੰਮ ਰਹੀ ਹੈ, ਜਿਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਸਿਆਸਤ ਹੋ ਰਹੀ ਹੈ, ਤਾਂ ਉਸ ਦਾ ਇਨਸਾਫ ਨਹੀਂ ਮਿਲ ਪਾ ਰਿਹਾ। ਉਹ ਸਿਰਫ ਇਸੇ ਕਰਕੇ ਨਹੀਂ ਮਿਲ ਪਾ ਰਿਹਾ। ਬਿਲਕੁਲ ਜੀ, ਆਵਾਜ਼ ਸੁਣ ਪਾ ਰਹੇ ਹੋ ਜੀ? ਮੈਂ ਪਲੀਜ਼ ਆਪਣੇ ਸਾਰੇ ਦਰਸ਼ਕਾਂ ਨੂੰ ਕਹਿਦਾ ਕਿ ਤੁਸੀਂ ਕਾਲ ਕਰ ਰਹੇ ਹੋ ਪਰ ਤੁਹਾਡੀ ਆਵਾਜ਼ ਜਿਹੜੀ ਉਹ ਮੇਰੇ ਤੱਕ ਪਹੁੰਚ ਨਹੀਂ ਪਾ ਰਹੀ। ਆਈ ਥਿੰਕ ਕੋਈ ਟੈਕਨੀਕਲ ਇਸ਼ੂ ਹੈ, ਸੋ ਇਸ ਲਈ ਹੁਣ ਮੈਂ ਤੁਸੀਂ ਕਾਲ ਨਾ ਆਪਣੀ ਜ਼ਾਇਆ ਕਰੋ। ਮੈਂ ਫਿਰ ਵੈਨਕੂਵਰ ਤੋਂ ਬਾਰ-ਬਾਰ ਜਿਹੜੇ ਕਾਲ ਕਰ ਰਹੇ ਨੇ। ਜੀ ਸਰ, ਆਵਾਜ਼ ਸੁਣ ਪਾ ਰਹੇ ਹੋ ਜੀ? ਸਰ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਪਾ ਰਹੀ। ਸੋ ਮੈਂ ਆਪਣੇ ਕਾਲਰਸ ਨੂੰ ਇਹ ਕਹਾਂਗੀ ਕਿ ਅੱਜ ਤੁਸੀਂ ਕਾਲਸ ਰਹਿਣ ਦਿਓ, ਆਪਾਂ ਕੱਲ ਦੇ ਸ਼ੋਅ ਦੇ ਵਿੱਚ ਕਾਲਸ ਪਿਕ ਕਰਾਂਗੇ ਤੇ ਤਮਾਮ ਜਿਹੜੀਆਂ ਗੱਲਾਂ ਆਪਾਂ ਕੱਲ ਕਰ ਲਵਾਂਗੇ। ਰਾਜੇਸ਼ ਜੀ, ਹੁਣ ਕਿਤੇ ਨਾ ਕਿਤੇ ਇਹ ਮੰਨਿਆ ਜਾਏ ਵੀ ਜਿਹੜੀ ਆਮ ਜਨਤਾ ਹੈ ਉਹ ਵੀ ਤਾਂ ਸਾਰੇ ਸੀਨ ਨੂੰ ਦੇਖ ਰਹੀ ਹੈ। ਇੱਕ ਪਾਸੇ ਮਹਾਮਾਰੀ ਦੇ ਦੌਰ ਦੇ ਵਿੱਚ ਲੋਕਾਂ ਦੀ ਹਾਲਤ ਕੀ ਹੋ ਰੱਖੀ ਹੈ, ਲੋਕਾਂ ਨੂੰ ਫਿਰ ਇਹ ਮੈਸੇਜ ਕਿਤੇ ਨਾ ਕਿਤੇ ਹੁਣ ਮਿਲ ਜਾਏ ਵੀ ਬਹਿ ਜਾਓ ਟਿਕ ਕੇ ਆਰਾਮ ਨਾਲ, ਤੁਹਾਡੀ ਕਿਸੇ ਨੇ ਸੁਣਵਾਈ ਨਹੀਂ ਕਰਨੀ, ਕਿਉਂਕਿ ਕਾਂਗਰਸ ਦਾ ਆਪਣਾ ਜਿਹੜਾ ਉਹ ਪੰਗਾ ਪੈ ਚੁੱਕਿਆ। ਹੁਣ ਉਹ ਜ਼ਾਹਿਰ ਜੀ ਗੱਲ ਹੈ ਮੁੱਖ ਮੰਤਰੀ ਉੱਧਰ ਉਲਝ ਜਾਣਗੇ ਕਿਉਂਕਿ ਉਹ ਟਾਰਗੇਟ ਦੇ ਵਿੱਚ ਉਹਨਾਂ ਦੇ ਕੁਝ ਮੰਤਰੀ ਆ ਗਏ ਨੇ। ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ ਵੀ ਮਿਲੇ ਸੀਗੇ ਉਹ ਟਾਰਗੇਟ ਤੇ ਆ ਗਏ ਨੇ ਤੇ ਮੁੱਖ ਮੰਤਰੀ ਸਾਹਿਬ ਤਾਂ ਹੁਣ ਉੱਧਰ ਬਿਜ਼ੀ ਹੋ ਜਾਣਗੇ। ਸੋ ਆਮ ਜਨਤਾ ਦੇ ਜਿਹੜੇ ਮੁੱਦੇ ਖੜੇ ਨੇ ਜਾਂ ਜੇ ਵੈਕਸੀਨ ਦੀ ਉਹਨਾਂ ਨੂੰ ਲੋੜ ਹੈ ਜਾਂ ਹੋਰ ਚੀਜ਼ਾਂ ਦੀ ਲੋੜ ਹੈ, ਉਹ ਤਾਂ ਸਾਰੀ ਫਿਰ ਸ਼ਾਇਦ ਇੱਦਾਂ ਹੀ ਰਹਿ ਜੂਗੀ। ਮੇਰੇ ਖਿਆਲ 'ਚ ਅੱਧੇ ਤੋਂ ਜ਼ਿਆਦਾ ਲੋਕ ਉੱਥੇ ਅਜਿਹੀਆਂ ਹੜਤਾਲਾਂ ਤੇ ਬੈਠ ਰਹੇ ਨੇ। ਕੋਈ ਸੁਸਾਈਡ ਕਰ ਰਿਹਾ ਹੈ ਆਪਣੇ ਪਰਿਵਾਰ ਦੇ ਸਮੇਤ, ਕੋਈ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਆਪਣਿਆਂ ਨੂੰ ਜਿਹੜਾ ਸਾਨੂੰ ਹਸਪਤਾਲਾਂ ਦੇ ਵਿੱਚ ਥਾਂ ਨਹੀਂ ਮਿਲ ਰਹੀ, ਉਹ ਬੂਹਿਆਂ ਦੇ ਵਿੱਚ ਦਮ ਤੋੜ ਰਹੇ ਨੇ। ਸੋ ਲੋਕੀ ਜਿਉਂ ਦੀ ਤਿਉਂ ਆਪਣੀ ਸਿਚੁਏਸ਼ਨ ਦੇ ਵਿੱਚ ਬੈਠੇ ਰਹਿਣ। ਦੇਖੋ ਖੈਰ ਚਲੋ ਸਰਕਾਰ ਜਿਹੜੀ ਚਲਾਉਂਦੀ ਹੈ, ਇੱਕ ਪੋਲੀਟੀਕਲ ਪਾਰਟੀ ਚਲਾਉਂਦੀ ਹੈ, ਇੱਕ ਪੋਲੀਟੀਕਲ ਪਾਰਟੀ ਦਾ ਹੈਡ ਹੁੰਦਾ ਹੈ ਔਰ ਉਹਦੇ ਵੱਲੋਂ ਆਪਣੀ
ਕੈਬਨਿਟ ਦੇ ਨਾਲ, ਆਪਣੇ ਮੰਤਰੀ ਮੰਡਲ ਦੇ ਨਾਲ ਸਰਕਾਰ ਚਲਾਈ ਜਾਂਦੀ ਹੈ। ਇਹ ਉਲਝਣਾ, ਇਹ ਮੁਸ਼ਕਲਾਂ, ਇਹ ਜਿਹੜੀਆਂ ਔਕੜਾਂ ਇਹ ਸਰਕਾਰਾਂ ਕੋਲ ਹਮੇਸ਼ਾ ਰਹਿੰਦੀਆਂ ਹੀ ਨੇ, ਔਰ ਇਹਦੇ ਤੇ ਸਿਆਸਤ ਵੀ ਲਗਾਤਾਰ ਚੱਲਦੀ ਰਹਿੰਦੀ ਹੈ। ਅੱਜ ਤਾਂ ਕੋਵਿਡ ਦਾ ਮਾਮਲਾ ਹੈ, ਜਾਂ ਅੱਜ ਆਹ ਜਿਹੜੀ ਕਾਂਗਰਸ ਦੀ ਅੰਦਰੂਨੀ ਕੁੱਟ ਜਿਹੜੀ ਹੈ, ਅੰਦਰੂਨੀ ਜਿਹੜੀ ਖਿੱਚੋਤਾਣ ਹੈ, ਉਹ ਉੱਭਰ ਕੇ ਸਾਹਮਣੇ ਆਈ ਹੋਈ ਹੈ। ਇਹ ਕਦੋਂ ਨਹੀਂ ਸੀ, ਇਹ ਹਮੇਸ਼ਾ ਰਹੀ ਹੈ। ਇਹੀ ਨਵਜੋਤ ਸਿੰਘ ਸਿੱਧੂ, ਇਹੀ ਪ੍ਰਤਾਪ ਸਿੰਘ ਬਾਜਵਾ, ਇਹਨਾਂ ਦੇ ਗਰੁੱਪਸ ਜਿਹੜੇ ਨੇ ਉਹ ਹਮੇਸ਼ਾ ਤੋਂ ਕੋਸ਼ਿਸ਼ ਕਰਦੇ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖਿੱਬੀ ਲਾਈ ਜਾਏ ਕਿਸੇ ਤਰੀਕੇ ਨਾਲ, ਔਰ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੈਨੇਜ ਕੀਤਾ ਗਿਆ ਹੈ। ਉਹ ਮੈਨੇਜ ਇਸੇ ਤਰੀਕੇ ਨਾਲ ਹੁੰਦਾ ਹੈ। ਅੱਜ ਤਾਂ ਚੀਜ਼ਾਂ ਬਾਹਰ ਆ ਗਈਆਂ ਤਾਂ ਸਾਰਿਆਂ ਨੂੰ ਨਜ਼ਰ ਆ ਰਹੀਆਂ, ਉਹ ਮੈਨੇਜ ਕਰਨ ਦੇ ਤਰੀਕੇ ਇਹੀ ਨੇ। ਟੇਬਲ ਟਾਕ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਮੋਸਟਲੀ ਕਈ ਲੀਡਰ ਚੰਗੇ ਵੀ ਹੋਣਗੇ, ਵਧੀਆ ਵੀ ਹੋਣਗੇ, ਹੈਗੇ ਵੀ ਨੇ, ਪਰ ਮੋਸਟਲੀ ਜਿਹੜੇ ਲੀਡਰਸ ਨੇ ਉਹਨਾਂ ਦੀਆਂ ਕੋਈ ਨਾ ਕੋਈ ਕਮਜ਼ੋਰੀਆਂ ਜਿਹੜੀਆਂ ਨੇ ਉਹ ਸੀਐਮ ਦੀ ਟੇਬਲ ਤੇ ਹੁੰਦੀਆਂ, ਫਾਈਲਾਂ ਪਈਆਂ ਹੁੰਦੀਆਂ। ਸੀਐਮ ਕੋ ਇੰਨੀ ਪਾਵਰ ਹੁੰਦੀ ਕਿ ਹਰ ਸ਼ਖਸ ਦੀ ਫਾਈਲ ਜਿਹੜੀ ਬਣਾਉਣੀ ਜਾਂ ਹਰ ਸ਼ਖਸ ਦੀ ਫਾਈਲ ਆਪਣੇ ਕੋਲ ਮੰਗਵਾਉਣੀ ਕੋਈ ਵੱਡੀ ਗੱਲ ਨਹੀਂ ਹੈ। ਕਿਤੇ ਵੀ ਉਹ ਫਾਈਲ ਮੰਗਾ ਸਕਦੇ, ਕਿਉਂਕਿ ਸਾਰਾ ਜਿਹੜਾ ਅਮਲਾ ਉਹ ਸੀਐਮ ਦੇ ਅੰਡਰ ਹੁੰਦਾ, ਉਹ ਕਿਤੇ ਵੀ, ਔਰ ਅਸੀਂ ਦੇਖ ਹੀ ਰਹੇ ਹਾਂ ਕੀ ਕੁਝ ਹੋ ਰਿਹਾ ਹੈ। ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਪਰ ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਚਿੰਤਾ ਤੁਸੀਂ ਵੀ ਜ਼ਾਹਿਰ ਕੀਤੀ ਹੈ, ਉਹ ਚਿੰਤਾ ਸਾਰਿਆਂ ਨੂੰ ਵੀ ਇਸ ਗੱਲ ਦੀ ਹੈ, ਕਿਉਂਕਿ ਇਹ ਸਮਾਂ ਜਿਹੜਾ ਹੈ ਇਹ ਮਹਾਮਾਰੀ ਦਾ ਸਮਾਂ ਹੈ, ਕੋਵਿਡ ਦਾ ਸਮਾਂ ਹੈ, ਤੇ ਅਸੀਂ ਦੇਖ ਰਹੇ ਹਾਂ, ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਪੰਜਾਬ ਇਸ ਨੂੰ ਭੁਗਤ ਵੀ ਕਿਵੇਂ ਰਿਹਾ, ਕਿਵੇਂ ਲੋਕਾਂ ਦੀਆਂ ਮੌਤਾਂ ਹੋਈਆਂ, ਕਿਵੇਂ ਸਾਰਾ ਕੁਝ ਹੋਇਆ, ਔਰ ਕਿਵੇਂ ਜਿਹੜੇ ਆਕਸੀਜਨ ਦੀ ਕਮੀ ਕਾਰਨ ਲੋਕ ਮਰੇ, ਕਿਵੇਂ ਕਿਤੇ ਨਾ ਕਿਤੇ ਮਿਸਮੈਨੇਜਮੈਂਟ ਜਿਹੜੀ ਉਹ ਹਰ ਥਾਂ ਛੋਟੀ ਛੋਟੀ ਥਾਵਾਂ ਤੇ। ਹੁਣ ਅੱਜ ਕੱਲ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਰਹੇ ਹਾਂ, ਪਿੰਡਾਂ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਹਾਂ। ਪਿੰਡਾਂ ਦੇ ਵਿੱਚ ਹੁਣ ਇਸ ਵੇਲੇ ਬੁਰੇ ਹਾਲਾਤ ਨੇ, ਕਿਉਂਕਿ ਜਿਹੜੀ ਦੂਸਰੀ ਵੇਵ ਆਈ ਹੈ ਇਸ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਪ੍ਰਭਾਵ ਛੱਡਿਆ ਇਸਨੇ, ਔਰ ਪਿੰਡਾਂ 'ਚ ਬਹੁਤ ਸਾਰੀਆਂ ਮੌਤਾਂ ਹੋ ਗਈਆਂ। ਪਰ ਸਿਹਤ ਸਹੂਲਤਾਂ ਦੇ ਨਾਂ ਤੇ ਕੁਝ ਵੀ ਨਹੀਂ। ਅਸੀਂ ਖੁਦ ਜਾ ਕੇ ਵੇਖਿਆ, ਖੁਦ ਜਾ ਕੇ ਦੇਖਦੇ ਹਾਂ ਅਸੀਂ ਡਿਸਪੈਂਸਰੀਆਂ, ਜਾਂ ਉੱਥੇ ਉਹ ਸਿਰਫ ਇੱਕ ਕਲੈਕਸ਼ਨ ਸੈਂਟਰ ਬਣਾਏ ਗਏ ਨੇ ਕਿ ਉਸ ਥਾਂ ਤੇ ਜੇ ਕਿਸੇ ਨੇ ਆਪਣਾ ਕੋਵਿਡ ਟੈਸਟ ਕਰਵਾਉਣਾ ਹੈ, ਉਸ ਥਾਂ ਤੇ ਇੱਕ ਕਲੈਕਸ਼ਨ ਸੈਂਟਰ ਹੈ, ਉਹ ਕਲੈਕਸ਼ਨ ਸੈਂਟਰ ਤੋਂ ਉੱਥੋਂ ਸੈਂਪਲ ਲਿਆ ਜਾਂਦਾ, ਸੈਂਪਲ ਲੈ ਕੇ ਜਿਹੜਾ ਸ਼ਹਿਰ ਭੇਜਿਆ ਜਾਂਦਾ ਜਾਂ ਕਿਸੇ ਹੋਰ ਥਾਵਾਂ ਤੇ ਭੇਜਿਆ ਜਾਂਦਾ। ਹੁਣ ਉਸ ਦੌਰਾਨ ਜੇ ਕਿਸੇ ਨੂੰ ਕੋਵਿਡ ਹੋ ਜਾਂਦਾ ਹੈ ਤਾਂ ਉਸ ਨੂੰ ਉੱਥੇ ਕੋਈ ਦਾਖਲ ਕਰਨ ਦੀ, ਕੋਈ ਬੈਡਸ ਦੀ, ਕੋਈ ਜਾਂ ਆਕਸੀਜਨ ਦੀ ਕਿਸੇ ਤਰੀਕੇ ਦੀ ਕੋਈ ਫੈਸਿਲਿਟੀ ਨਹੀਂ। ਔਰ ਇੱਥੋਂ ਤੱਕ ਦੇਖਣ ਨੂੰ ਮਿਲਿਆ ਹੈ ਕਿ ਕੁਝ ਲੋਕ ਜਿਹੜੇ ਕੋਵਿਡ ਜਿਹੜੀ ਗੰਭੀਰ ਅਵਸਥਾ ਦੇ ਵਿੱਚ ਜਦੋਂ ਪਹੁੰਚ ਜਾਂਦੇ ਨੇ, ਉਹ ਉੱਥੋਂ ਸ਼ਿਫਟ ਕਰਦਿਆਂ ਹੀ ਉਹਨਾਂ ਦੀ ਮੌਤ ਹੋ ਰਹੀ ਹੈ। ਇੱਥੋਂ ਤੱਕ ਜਿਹੜੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਤੇ ਪਿੰਡਾਂ ਦੇ ਲੋਕ ਇਸ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਨੇ। ਅਵੇਅਰਨੈਸ ਦੀ ਜਿਹੜੀ ਕਮੀ ਆ ਉਹ ਹਜੇ ਵੀ ਆ, ਕਿਤੇ ਕੋਈ ਅਵੇਅਰਨੈਸ ਨਹੀਂ ਦਿੱਤੀ ਜਾ ਰਹੀ, ਕਿਤੇ ਕੋਈ ਇਹ ਨਹੀਂ ਹੈ ਕਿ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਘਰ ਬੈਠੇ ਜਿਹੜੀਆਂ ਮਿਲਣੀਆਂ ਚਾਹੀਦੀਆਂ ਸੀ, ਵੈਕਸੀਨੇਸ਼ਨ ਜਿਹੜੀ ਉਹ ਕਿਤੇ ਵੀ ਅਵੇਲੇਬਲ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇੱਕ ਮੈਨੇਜ ਕਰਨ ਦੀ ਚੀਜ਼ ਹੈ। ਸਿਰਫ ਇਹ ਕਹਿ ਦੇਣਾ ਕਿ ਸੈਂਟਰ ਚੋਂ ਨਹੀਂ ਚੀਜ਼ਾਂ ਪਹੁੰਚ ਰਹੀਆਂ, ਠੀਕ ਹੈ, ਸੈਂਟਰ ਚੋਂ ਨਹੀਂ ਪਹੁੰਚ ਰਹੀਆਂ ਜਿੰਨੀ ਤਾਦਾਦ ਦੇ ਵਿੱਚ ਪਹੁੰਚਣੀਆਂ ਚਾਹੀਦੀਆਂ, ਉੱਤੇ ਵੀ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਜਿਸ ਕਰਕੇ ਜਿਹੜੀ ਸਾਨੂੰ ਆਮ ਜਨਤਾ ਨੂੰ ਇਹ ਸਾਰੀਆਂ ਚੀਜ਼ਾਂ ਭੁਗਤਣੀਆਂ ਪੈ ਰਹੀਆਂ। ਪਰ ਜੇ ਆਪਾਂ ਵਾਕਈ ਆਪਣੀ ਖਾਨਾ ਜੰਗੀ ਦੇ ਵਿੱਚ ਇੰਨੇ ਨਾ ਉਲਝੇ ਹੋਈਏ ਤਾਂ ਹੋਰ ਬਿਹਤਰ ਤਰੀਕੇ ਨਾਲ ਆਪਣੀ ਪ੍ਰਜਾ ਵੱਲ, ਆਪਣੀ ਜਨਤਾ ਵੱਲ ਧਿਆਨ ਦੇ ਸਕਦੇ ਹਾਂ, ਤੇ ਚੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਮੈਨੇਜ ਕਰ ਸਕਦੇ ਹਾਂ, ਕਿਉਂਕਿ ਆਪਣਾ ਮਾਈਂਡ ਜਿਹੜਾ ਉਹ ਇੱਕ ਪਾਸੇ ਲੱਗਾ ਹੋਏਗਾ ਉਸ ਵੇਲੇ ਕਿ ਅਸੀਂ ਲੋਕਾਂ ਨੂੰ ਇਸ ਵੇਲੇ ਬਚਾਉਣਾ। ਔਰ ਦੇਖੋ, ਸ਼ਰਮ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਵੀ ਜਿਹੜੇ ਹੁਣ ਇਸ ਵੇਲੇ ਸਿਆਸਤ ਦੇ ਵਿੱਚ ਇੰਨੇ ਉੱਪਰ ਉੱਠ ਗਏ ਨੇ, ਇੰਨੇ ਉੱਠ ਗਏ ਨਹੀਂ, ਮੈਂ ਕਹੂੰਗਾ ਹੇਠਾਂ ਗਿਰ ਗਏ ਨੇ, ਔਰ ਹੇਠਲੀ ਪੱਧਰ ਦੀ ਸਿਆਸਤ ਤੱਕ ਵੀ ਲੋਕ ਪਹੁੰਚ ਜਾਂਦੇ ਨੇ। ਉਹਨਾਂ ਨੂੰ ਇਹ ਚਿੰਤਾ ਨਹੀਂ ਕਿ ਲੋਕ ਜਿਹੜੇ ਮਰ ਰਹੇ ਨੇ, ਪਹਿਲਾਂ ਉਹਨਾਂ ਦਾ ਸੋਚੀਏ। ਇਹ ਚੀਜ਼ਾਂ ਜਿਹੜੀਆਂ ਬਾਅਦ ਚੋਂ ਵੀ ਹੋ ਜਾਣਗੀਆਂ, ਕੋਈ ਗੱਲ ਨਹੀਂ। ਜਿਹੜਾ ਇਸ ਵੇਲੇ ਲੋਕਾਂ ਦੀ ਭਲਾਈ ਸੋਚੇਗਾ, ਜਿਹੜਾ ਇਸ ਵੇਲੇ ਲੋਕਾਂ ਦੀ ਮਾਨਵਤਾ ਦੀ ਸੇਵਾ ਕਰੇਗਾ, ਉਹਨੂੰ ਵੈਸੇ ਹੀ ਲੋਕਾਂ ਨੇ ਸਿਰ ਮੱਥੇ ਤੇ ਚੁੱਕ ਲੈਣਾ, ਤੇ ਉਹ ਵੈਸੇ ਹੀ ਉਹਨੇ ਇਲੈਕਸ਼ਨ ਜਿੱਤ ਜਾਣੇ ਆ। ਤੇ ਇਹ ਸਿਰਫ ਆਹ ਜਿਹੜੇ ਤਰੀਕੇ ਹੱਥ-ਕੰਡੇ ਅਪਣਾ ਕੇ ਇਲੈਕਸ਼ਨ ਜਿੱਤਣਾ ਜਾਂ ਉਸ ਪਾਸੇ ਵੱਲ ਲੋਕਾਂ ਨੂੰ ਪੋਲਰਾਈਜ਼ ਕਰਨਾ, ਉਹਦੀ ਬਜਾਏ ਜੇ ਮਾਨਵਤਾ ਦੀ ਸੇਵਾ ਵੱਲ ਸਾਰੇ ਤੁਰਨ ਤਾਂ ਫਿਰ ਉਸਦਾ ਉਹਨਾਂ ਨੂੰ ਸੱਚੀ ਨੇਕ ਨੀਤੀ ਦਾ ਇੱਕ ਫਾਇਦਾ ਵੀ ਮਿਲ ਸਕਦਾ ਉਹਨਾਂ ਨੂੰ, ਕਿ ਉਹਨਾਂ ਦੀਆਂ ਜਿਹੜੇ ਕੰਮ ਨੇ ਉਹ ਵੋਟਾਂ ਦੇ ਵਿੱਚ ਕਨਵਰਟ ਹੋ ਸਕਦੇ। ਜੀ ਬਿਲਕੁਲ ਰਾਜੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ तमाम ਜਾਣਕਾਰੀ ਸਾਂਝੀ ਕਰਨ ਦੇ ਲਈ, ਤੇ ਕੱਲ ਫਿਰ ਮਿਲਦੇ ਹਾਂ ਨਵੇਂ ਅਪਡੇਟਸ ਦੇ ਨਾਲ। ਬਿਲਕੁਲ ਜੀ, ਧੰਨਵਾਦ ਜੀ। ਸੋ ਹੁਣ ਇਹ ਸਾਰਾ ਸੀਨ ਤੁਸੀਂ ਦੇਖ ਲਿਆ। ਇਸ ਜਿੰਨਾ ਵੀ ਹੁਣ ਪੋਲੀਟੀਕਲ ਪੰਗਾ ਫਿਰ ਤੋਂ ਕਾਂਗਰਸ ਦਾ ਸ਼ੁਰੂ ਹੋ ਗਿਆ, ਫਿਰ ਤੋਂ ਹੀ ਕਹਾਂਗੇ, ਕਿਉਂਕਿ ਕਾਂਗਰਸ ਦੀ ਧੜੇਬੰਦੀ ਜਿਹੜੀ ਹੈ ਉਹ ਸ਼ੁਰੂ ਤੋਂ ਹੀ ਬਣੀ ਰਹੀ ਹੈ, ਤੇ ਅੱਜ ਵੀ ਉਹੀ ਧੜੇਬੰਦੀ ਸਾਹਮਣੇ ਆ ਰਹੀ ਹੈ। ਕੁਝ ਦਿਨਾਂ ਲਈ ਤਾਂ ਇਹ ਕਹਾਂਗੇ ਵੀ ਲੋਕ ਭੁੱਲ ਜਾਣ,
ਕਿ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ, ਸਾਡੇ ਜਿਹੜੇ ਰਾਜਾ ਸਾਹਿਬ ਹੈ, ਉਹ ਪ੍ਰਜਾ ਦੀ ਜਿਹੜੀ ਸੁਣਨਗੇ ਤੇ ਪ੍ਰਜਾ ਨੂੰ ਜਿਹੜੀਆਂ ਇਸ ਵੇਲੇ ਜ਼ਰੂਰਤਾਂ ਨੇ ਉਹ ਪੂਰੀਆਂ ਉਹ ਕਰ ਪਾਉਣਗੇ, ਕਿਉਂਕਿ ਹਜੇ ਤਾਂ ਉਹ ਲੱਗਦਾ ਆਪਣੇ ਪੋਲੀਟੀਕਲ ਜਿਹੜਾ ਪੰਗਾ ਪੈ ਚੁੱਕਿਆ ਹੈ ਉਹ ਉਹਨਾਂ ਦੇ ਵਿੱਚ ਹੀ ਕਾਫੀ ਜ਼ਿਆਦਾ ਉਲਝੇ ਰਹਿਣਗੇ। ਸੋ ਇੰਤਜ਼ਾਰ ਕਰੋ, ਦੇਖੋ ਕਿ ਤੁਹਾਡੇ ਮੁੱਖ ਮੰਤਰੀ ਜਿਹੜੇ ਨੇ ਉਹ ਕਦੋਂ ਤੱਕ ਤੁਹਾਡੇ ਵਾਸਤੇ ਕੁਝ ਸੋਚਦੇ ਨੇ, ਕਦੋਂ ਤੱਕ ਤੁਹਾਡੀਆਂ ਬੇਸਿਕ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ। ਉਦੋਂ ਤੱਕ ਤਾਂ ਇਹੀ ਕਹਾਂਗੇ ਵੀ ਰੱਬ ਅੱਗੇ ਅਰਦਾਸ ਕਰੋ, ਰੱਬ ਭਰੋਸੇ ਹੀ ਆਪਾਂ ਸਾਰੇ ਬੈਠੇ ਹੋਏ ਹਾਂ। ਸੋ ਕੱਲ ਫਿਰ ਤੋਂ ਨਵੇਂ ਅਪਡੇਟਸ ਦੇ ਨਾਲ ਮਿਲਾਂਗੇ। ਜਿਹੜੇ ਕਾਲਰ ਸੀ ਮੈਂ ਕਾਲ ਪਿਕ ਨਹੀਂ ਕਰ ਪਾਈ, ਇਨਫੈਕਟ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀ, ਸੋ ਸ਼ਾਇਦ ਕਿਸੇ ਟੈਕਨੀਕਲ ਇਸ਼ੂ ਦੇ ਕਰਕੇ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਪਾ ਰਹੀ ਸੀਗੀ। ਸੋ ਕੱਲ ਦੇ ਸ਼ੋਅ ਦੇ ਵਿੱਚ ਮਿਲਦੇ ਹਾਂ, ਕੱਲ ਕਾਲਸ ਪਿਕ ਕਰਾਂਗੇ, ਗੱਲਾਂ ਬਾਤਾਂ ਬਹੁਤ ਸਾਰੀਆਂ ਕਰਾਂਗੇ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।